परम सत्कारयोग भगत पूਰਨ ਸਿੰਘ ਜੀ ਦੀ 28ਵੀਂ ਬਰਸੀ ਦੇ ਸੰਬੰਧ ਵਿੱਚ ਚੱਲ ਰਹੇ ਲੜੀਵਾਰ ਵਿਖਿਆਨਾਂ ਤੋਂ ਅੱਜ ਅਸੀਂ ਆਪ ਜੀ ਦੇ ਨਾਲ ਵਰਿੰਦਰਪਾਲ ਸਿੰਘ ਜੀ ਦਾ ਵਿਖਿਆਨ ਸਾਂਝਾ ਕਰਾਂਗੇ, ਜਿਨ੍ਹਾਂ ਨੇ ਇਹ ਵਿਸ਼ਾ ਚੁਣਿਆ ਹੈ ਕਿ ਦੂਰਅੰਦੇਸ਼ ਭਗਤ ਪੂਰਨ ਸਿੰਘ ਜੀ। ਵਰਿੰਦਰਪਾਲ ਸਿੰਘ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸੋਇਲ ਸਾਇੰਟਿਸਟ ਹਨ। BSc ਐਗਰੀਕਲਚਰ ਵਿੱਚ ਗੋਲਡ ਮੈਡਲਿਸਟ ਹਨ। ਫਿਰ ਉਸ ਤੋਂ ਬਾਅਦ ਉਹਨਾਂ ਨੇ PhD ਕੀਤੀ। ਇਸ ਵਕਤ ਉਹ ਕੈਂਬਰਿਜ ਯੂਨੀਵਰਸਿਟੀ ਦੇ ਵਿਜ਼ਿਟਿੰਗ ਸਾਇੰਟਿਸਟ ਵੀ ਹਨ। 100 ਤੋਂ ਉੱਪਰ ਪੇਪਰ ਲਿਖੇ ਹਨ। ਇਹਨਾਂ ਰੁਝੇਵਿਆਂ ਤੋਂ ਉਹ ਟਾਈਮ ਕੱਢ ਕੇ ਉਹਨਾਂ ਦੇ ਜਿਹੜੇ ਮਨ ਦੇ ਵਿੱਚ ਇਹ ਬਹੁਤ ਪ੍ਰਬਲ ਖਿਆਲ ਹੈ ਕਿ ਅਸੀਂ ਬੱਚਿਆਂ ਦਾ ਜਿਹੜਾ ਜੀਵਨ ਹੈ, ਉਹਨਾਂ ਦਾ ਜੀਵਨ ਸਚਿਆਰ ਬਣਾਉਣਾ ਕਿਵੇਂ ਹੈ। ਤਾਂ ਉਹਨਾਂ ਨੇ ਸੁਝਿਆ ਕਿ ਸਚਿਆਰ ਮਨੁੱਖ ਦੀ ਘਾਟ ਜਿਹੜੀ ਹੈ ਇਹ ਸਕੂਲਾਂ ਵਿੱਚ ਕੀਤੀ ਜਾ ਸਕਦੀ ਹੈ। ਤਾਂ ਉਹਨਾਂ ਨੇ ਇੱਕ NGO ਬਣਾਈ ਜਿਹਦਾ ਨਾਂ ਆਤਮ ਪ੍ਰਕਾਸ਼ ਕੌਂਸਲ ਹੈ, ਜਿਹਦੇ ਉਹ ਚੇਅਰਪਰਸਨ ਹਨ। ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਛਾਪੀਆਂ ਨੇ ਔਰ ਉਹਨਾਂ ਨੇ ਕੰਪਿਊਟਰ ਦੇ ਉੱਤੇ ਵੀ ਔਨਲਾਈਨ ਵੀ ਬੱਚਿਆਂ ਦੇ ਜਿਹੜੇ ਟੈਸਟ ਹੋ ਰਹੇ ਨੇ, ਇਹ ਸਾਰੇ ਕੰਮ ਜਿਹੜੇ ਉਹ ਆਪ ਵੀ ਤੁਹਾਨੂੰ ਦੱਸਣਗੇ, ਜਿਹੜੇ ਉਹ ਕੰਮ ਕਰ ਰਹੇ ਨੇ। ਅਤੇ ਦੂਰਅੰਦੇਸ਼ ਭਗਤ ਪੂਰਨ ਸਿੰਘ ਜੋ ਉਹਨਾਂ ਨੇ ਸਾਡੇ ਨਾਲ ਇਹ ਗੱਲ ਸਾਂਝੀ ਕੀਤੀ ਹੈ, ਬਹੁਤ ਭਾਵਕ ਤਰੀਕੇ ਦੇ ਨਾਲ, ਕੁਛ ਲੰਬਾ ਜ਼ਰੂਰ ਹੈ, ਇਸ ਕਰਕੇ ਅਸੀਂ ਅੱਜ ਸ਼ਬਦ ਨਹੀਂ ਲਗਾ ਰਹੇ। ਅਤੇ ਮੇਰੀ ਬੇਨਤੀ ਹੈ ਕਿ ਉਹਨਾਂ ਦਾ ਸਾਰਾ ਵਿਖਿਆਨ ਜਿਹੜਾ ਪੂਰੇ ਧਿਆਨ ਨਾਲ, ਪੂਰੇ ਪਿਆਰ ਨਾਲ ਸਾਰੀ ਸੰਗਤ ਸੁਣੇ, ਕਿਉਂਕਿ ਉਹਨਾਂ ਨੇ ਦਿਲ ਦੀਆਂ ਡੂੰਘਾਈਆਂ ਦੇ ਅੰਦਰੋਂ ਇਹ ਵਿਚਾਰ ਪ੍ਰਗਟ ਕੀਤੇ ਨੇ। ਆਪ ਸਭ ਨੂੰ ਬਹੁਤ ਚੰਗਾ ਲੱਗੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਵੇਸ਼ ਪੁਰਸ਼ ਭਗਤ ਪੂਰਨ ਸਿੰਘ ਜੀਆਂ ਦੀ 28ਵੀਂ ਬਰਸੀ ਨੂੰ ਸਮਰਪਿਤ ਆਯੋਜਿਤ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ ਅੱਜ ਦੇ ਸੈਸ਼ਨ ਦੌਰਾਨ ਭਗਤ ਜੀਆਂ ਦੀ ਜੀਵਨ ਗਾਥਾਵਾਂ ਤੋਂ ਪ੍ਰੇਰਨਾਵਾਂ ਲੈਣ ਲਈ ਦੇਸ਼ ਵਿਦੇਸ਼ ਵਿੱਚ ਸੱਜ ਨਵਾਜੇ ਸਤਸੰਗੀਓ, ਆਓ ਭਗਤ ਜੀਆਂ ਦੀ ਅਣਥਕ ਘਾਲਣਾ ਨੂੰ ਨਤਮਸਤਕ ਹੁੰਦਿਆਂ ਰਸਨਾ ਪਵਿੱਤਰ ਕਰੀਏ। ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ, ਹੋਂ ਟੁੰਡੇਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇ। ਗੁਰਬਾਣੀ ਦਾ ਇੱਕ ਇੱਕ ਬੋਲ ਭਗਤ ਜੀਆਂ ਦੇ ਜੀਵਨ 'ਤੇ ਟੁਕਦਾ ਹੈ। ਜਿਸ ਤਰ੍ਹਾਂ ਅਸੀਂ ਸੋਹਣੇ ਸੋਹਣੇ ਲਿਬਾਸ ਤਿਆਰ ਕਰਕੇ ਸ਼ਿੰਗਾਰ ਕਰਦੇ ਹਾਂ ਨਾ, ਭਗਤ ਜੀਆਂ ਨੇ ਗੁਰਬਾਣੀ ਦੀ ਇੱਕ ਇੱਕ ਤੁਕ ਨੂੰ ਸ਼ਿੰਗਾਰਿਆ, ਆਪਣੇ ਜੀਵਨ ਦੇ ਉੱਤੇ ਦਾ ਲਿਬਾਸ ਕੀਤਾ। ਭਗਤ ਜੀਆਂ ਦੇ ਜੀਵਨ ਦੇ ਵਿੱਚੋਂ ਗੁਰਬਾਣੀ ਦੇ ਬੋਲਾਂ ਦਾ ਆਪ ਮੁਹਾਰਾ ਇੱਕ ਫੁਆਰਾ ਫੁੱਟਦਾ ਹੈ ਜਦੋਂ ਪੜ੍ਹਦੇ ਹਨ ਪੰਚਮ ਪਾਤਸ਼ਾਹ ਦੇ ਬਚਨ ਕਿ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ। ਤਾਂ ਭਗਤ ਜੀਆਂ ਦੇ ਜੀਵਨ ਦੇ ਉੱਤੇ ਇਨ ਬਿਨ ਢੁਕਦੇ ਨੇ। ਕੁਝ ਦਿਨ ਪਹਿਲਾਂ ਡਾਕਟਰ ਇੰਦਰਜੀਤ ਕੌਰ ਹੋਰਾਂ ਨੇ ਭਗਤ ਜੀਆਂ ਦੀ ਪਾਰਸ ਸ਼ੋਅ ਦੀਆਂ ਵਿਚਾਰਾਂ ਦੀ ਸਾਂਝ ਕੀਤੀ ਸੀ ਕਿ ਭਗਤ ਜੀ ਦਾ ਜੀਵਨ ਇੱਕ ਪਾਰਸ ਵਾਂਗੂ ਵਰਤਦਾ, ਇੱਕ ਕਲਾ ਵਰਤਾਉਂਦਾ ਹੈ। ਅਤੇ ਭਗਤ ਜੀਆਂ ਦੇ ਦਰਸ਼ਨ ਕਰਦੇ ਹਾਂ। ਭਾਵੇਂ ਅੱਜ ਭਗਤ ਜੀ ਸਾਡੇ ਵਿੱਚ ਨਹੀਂ, ਪਰ ਭਗਤ ਜੀ ਦਾ ਉਹ ਔਰਾ ਅੱਜ ਵੀ ਮੌਜੂਦ ਹੈ। ਜਦੋਂ ਭਗਤ ਜੀ ਦੀਆਂ ਜੀਵਨ ਗਾਥਾਵਾਂ ਨੂੰ ਸੁਣਦੇ ਹਾਂ, ਭਗਤ ਜੀਆਂ ਦੇ ਲਿਖੇ ਹੋਏ ਬਚਨਾਂ ਨੂੰ ਪੜ੍ਹਦੇ ਹਾਂ, ਤਾਂ ਉਹਨਾਂ ਵਿੱਚ ਖਿੱਚ ਹੈ। ਜਿਨ੍ਹਾਂ ਦੇ ਸੰਧੜਿਆਂ ਦੁਰਮਤ ਵੰਝੇ, ਭਗਤ ਜੀਆਂ ਦੇ ਦਰਸ਼ਨ ਕਰਦੇ ਹਾਂ, ਭਗਤ ਜੀਆਂ ਦੀ ਸੋਚ ਦੇ ਦਰਸ਼ਨ ਕਰਦੇ ਹਾਂ, ਚਾਅ ਚੜ੍ਹਿਆ ਆਉਂਦਾ ਹੈ ਔਗਣਾਂ ਨੂੰ ਤਿਆਗਣ ਦਾ, ਸਮਰਪਣ ਦਾ, ਸੇਵਾ ਦਾ, ਤਿਆਗ ਦਾ, ਦਇਆ ਦਾ। ਐਸੇ ਦਰਵੇਸ਼ ਪੁਰਸ਼ ਭਗਤ ਪੂਰਨ ਸਿੰਘ ਜੀਆਂ ਦੀ ਜੀਵਨ ਗਾਥਾਵਾਂ ਦੇ ਚੱਲ ਰਹੇ ਪ੍ਰਵਾਹ ਵਿੱਚ ਦਾਸ ਨੂੰ ਹੁਕਮ ਹੋਇਆ ਹੈ ਕਿ ਦੂਰ ਅੰਦੇਸ਼ ਭਗਤ ਪੂਰਨ ਸਿੰਘ। ਭਗਤ ਜੀਆਂ ਦੇ ਜੀਵਨ ਵਿੱਚੋਂ ਉਹਨਾਂ ਦੀ ਦੂਰ ਅੰਦੇਸ਼ਤਾ ਨੂੰ ਪ੍ਰਗਟ ਕਰਦੀਆਂ ਜੀਵਨ ਗਾਥਾਵਾਂ ਦੀ ਸਾਂਝ ਅਸੀਂ ਅੱਜ ਦੇ ਸੈਸ਼ਨ ਦੇ ਵਿੱਚ ਕਰਨੀ ਹੈ। ਮੈਂ ਬਚਪਨ ਤੋਂ ਭਗਤ ਜੀਆਂ ਨੂੰ ਪੜ੍ਹਦਾ ਆਉਣਾ, ਭਗਤ ਜੀ ਦੀਆਂ ਲਿਖਤਾਂ ਨੂੰ ਅਨੇਕਾਂ ਵਾਰ ਪੜ੍ਹਿਆ ਹੈ। ਜਦੋਂ ਡਾਕਟਰ ਇੰਦਰਜੀਤ ਕੌਰ ਹੋਰਾਂ ਨੇ ਹੁਕਮ ਕੀਤਾ ਕਿ ਇਸ ਸਾਲ ਭਗਤ ਜੀਆਂ ਦੇ ਜੀਵਨ ਵਿੱਚੋਂ ਉਹਨਾਂ ਦੀ ਦੂਰ ਅੰਦੇਸ਼ਤਾ ਨੂੰ ਸਾਂਝ ਕਰਦੀਆਂ ਗਾਥਾਵਾਂ ਸੰਗਤ ਨਾਲ ਸਾਂਝੀਆਂ ਕਰਨੀਆਂ ਨੇ, ਅਤੇ ਮੈਂ ਭਗਤ ਜੀਆਂ ਦੀਆਂ ਉਹ ਲਿਖਤਾਂ ਨੂੰ ਜਦੋਂ ਦੁਬਾਰਾ ਪੜ੍ਹਿਆ ਤਾਂ
ਇੰਜ ਮਹਿਸੂਸ ਹੋਇਆ ਜਿਵੇਂ ਕਦੀ ਪਹਿਲਾਂ ਉਸ ਨੁਕਤਾ ਨਿਗਾਹ ਤੋਂ ਭਗਤ ਜੀ ਨੂੰ ਕਦੇ ਪੜ੍ਹਿਆ ਹੀ ਨਹੀਂ ਸੀ। ਭਗਤ ਜੀਆਂ ਦੇ ਜੀਵਨ ਦੀ ਹਰ ਗਾਥਾ ਦੇ ਵਿੱਚੋਂ ਦੂਰ ਅੰਦੇਸ਼ਤਾ ਨਜ਼ਰ ਆਉਂਦੀ ਹੈ ਜਦੋਂ ਅਸੀਂ ਗੌਰ ਨਾਲ ਭਗਤ ਜੀਆਂ ਦੇ ਕੰਮ ਨੂੰ, ਭਗਤ ਜੀਆਂ ਦੇ ਕੰਮ ਕਰਨ ਦੀ ਵਿਧੀ ਨੂੰ, ਭਗਤ ਜੀਆਂ ਦੇ ਸੋਚਣ ਦੀ ਵਿਧੀ ਨੂੰ ਵਿਚਾਰੀਏ ਤਾਂ ਭਗਤ ਜੀਆਂ ਦੇ ਚੁੱਕੇ ਜਾ ਰਹੇ ਹਰ ਕਦਮ ਵਿੱਚੋਂ, ਭਗਤ ਜੀਆਂ ਦੀ ਹਰ ਨਿਗਾਹ ਵਿੱਚੋਂ ਦੂਰ ਅੰਦੇਸ਼ਤਾ ਪ੍ਰਗਟ ਹੁੰਦੀ ਹੈ। ਕੁਝ ਦ੍ਰਿਸ਼ਟਾਂਤ ਜਿਨ੍ਹਾਂ ਨੇ ਮੈਨੂੰ ਟੁੰਬਿਆ, ਮੈਂ ਅੱਜ ਤੁਹਾਡੇ ਨਾਲ ਉਹਨਾਂ ਦੀ ਸਾਂਝ ਕਰਨੀ ਹੈ। ਭਗਤ ਜੀਆਂ ਦਾ ਜੀਵਨ ਜਦੋਂ ਸ਼ੁਰੂ ਹੁੰਦਾ ਹੈ, ਜਿੱਥੋਂ ਭਗਤ ਜੀ ਆਪਣੀਆਂ ਗਾਥਾਵਾਂ ਲਿਖਦੇ, ਆਪਣੇ ਜੀਵਨ ਦਾ ਇੱਕ ਬਹੁਤ ਟਰਨਿੰਗ ਪੁਆਇੰਟ ਦੱਸਦੇ ਨੇ, ਜਿੱਥੋਂ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਨਵੀਂ ਨੁਹਾਰ ਆਈ, ਉਹਨਾਂ ਨੂੰ ਇੱਕ ਨਵੀਂ ਦਿਸ਼ਾ ਮਿਲੀ। ਖੰਨੇ ਬੋਰਡਿੰਗ ਸਕੂਲ ਦੇ ਵਿੱਚ ਪੜ੍ਹਦੇ ਨੇ। ਨਜ਼ਦੀਕ ਹੀ ਅਸੀਂ ਜਾਣਦੇ ਹਾਂ ਫਤਿਹਗੜ੍ਹ ਸਾਹਿਬ ਹੈ, ਔਰ ਪੋਹ ਦੇ ਮਹੀਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਲੱਗਦਾ ਹੈ। ਭਗਤ ਜੀਆਂ ਨੂੰ ਨਹੀਂ ਸੀ ਪਤਾ ਕਿ ਜੋੜ ਮੇਲਾ ਕਾਹਦਾ, ਇੱਕ ਸਧਾਰਨ ਮੇਲੇ ਦੀ ਤਰ੍ਹਾਂ ਜਿਵੇਂ ਕੋਈ ਛਪਾਰ ਦਾ ਮੇਲਾ ਹੁੰਦਾ ਹੈ। ਭਗਤ ਜੀਆਂ ਨੇ ਮਨ ਬਣਾਇਆ ਕਿ ਮੈਂ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੇ ਜਾਣਾ ਹੈ। ਹੁਣ ਅਸੀਂ ਵੀ ਅਨੇਕਾਂ ਵਾਰ ਇਹਨਾਂ ਜੋੜ ਮੇਲਿਆਂ ਤੇ ਜਾਂਦੇ ਹਾਂ, ਪਰ ਅੱਜ ਭਗਤ ਜੀ ਇੱਕ ਅਜੇ ਬਚਪਨ ਦੀ ਉਮਰ ਹੈ, 14 ਵਰ੍ਹਿਆਂ ਦੀ ਉਮਰ, ਵਕਤ 1918 ਦਾ, ਤੇ ਅੱਜ ਭਗਤ ਜੀ ਨੂੰ ਅਜੇ ਕੋਈ ਸਮਝ ਨਹੀਂ ਹੈ ਗੁਰਮਤ ਦੀਆਂ ਰਮਜ਼ਾਂ ਦੀ। ਅੱਜ ਪਹਿਲੀ ਵਾਰ ਇੱਕ ਅਣਜਾਣ ਬੱਚਾ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਪਹੁੰਚਦਾ। ਦੇਖਿਓ ਦੂਰ ਅੰਦੇਸ਼ਤਾ ਕਲਾ ਕਿਵੇਂ ਵਰਤਦੀ ਹੈ। ਕਦੀ ਅਸੀਂ ਵੀ ਗੁਰਧਾਮਾਂ ਤੇ ਗਿਆ, ਸਾਡੇ ਅੰਦਰ ਵੀ ਇੰਨੀ ਖਿੱਚ, ਇੰਨੀ ਪ੍ਰਬਲ ਹੁੰਦੀ ਹੈ, ਉੱਥੋਂ ਕੁਝ ਅਨੁਭਵ ਕਰਨ ਦੀ ਜਿਗਿਆਸਾ, ਪਰ ਭਗਤ ਜੀ ਦੇ ਅੰਦਰ ਅੱਜ ਕਲਾ ਵਰਤ ਰਹੀ ਹੈ। ਮੈਨੂੰ ਭਗਤ ਜੀ ਦੇ ਜੀਵਨ ਦਾ ਇਹ ਪਹਿਲਾ ਦ੍ਰਿਸ਼ਟਾਂਤ ਵਿੱਚ ਹੀ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਅੰਦਰ ਇੱਕ ਦੂਰ ਅੰਦੇਸ਼ਤਾ ਦੀ ਕਣੀ ਪ੍ਰਗਟ ਹੁੰਦੀ ਨਜ਼ਰ ਆਈ। ਫਤਿਹਗੜ੍ਹ ਸਾਹਿਬ ਪਹੁੰਚਦੇ ਨੇ, ਸੰਗਤ ਵਿੱਚ ਜਾ ਕੇ ਬਿਰਾਜ ਜਾਂਦੇ ਨੇ। ਸੰਗਤ ਵਿੱਚ ਤੀਜੇ ਚੌਥੇ ਥਾਂ ਭਗਤ ਜੀ ਲਿਖਦੇ ਨੇ ਕਿ ਮੇਰੇ ਨਾਲ ਮਹਾਰਾਜਾ ਪਟਿਆਲਾ ਸਰਦਾਰ ਭੁਪਿੰਦਰ ਸਿੰਘ ਆਣ ਕੇ ਬੈਠ ਗਏ। ਹੁਣ ਮਹਾਰਾਜਾ ਸਨ, ਸ਼ਾਹੀ ਲਿਬਾਸ, ਸੋਹਣਾ ਸਰੂਪ, ਤੇ ਭਗਤ ਜੀ ਕਹਿੰਦੇ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਸਹਾਇਕ ਸੀ ਜਿਹਨੂੰ ਭਗਤ ਜੀਆਂ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ADC ਲਿਖਿਆ। ਕਹਿੰਦੇ ਉਹ ਵੀ ਸੋਹਣਾ, ਸੁਨੱਖਾ, ਉੱਚਾ ਨੌਜਵਾਨ, ਉਹਨੇ ਦੋਹਰੀ ਦਸਤਾਰ ਸਜਾਈ, ਤੇ ਦੋਨਾਂ ਦੇ ਸਰੂਪ ਕਹਿੰਦੇ ਮੈਂ ਟਿਕ ਟਿਕੀ ਲਗਾ ਕੇ ਵੇਖਦਾ ਰਿਹਾ। ਕਿਸੇ ਨੇ ਕੁਛ ਨਹੀਂ ਆਖਿਆ, ਕੋਈ ਦ੍ਰਿਸ਼ਟਾਂਤ, ਕੋਈ ਵਿਚਾਰ, ਕੋਈ ਕਥਾ, ਕੋਈ ਜਜ਼ਬਾਤੀ ਗੱਲਾਂ ਬਾਤਾਂ ਜਾਂ ਕੋਈ ਭਾਸ਼ਣ, ਕੋਈ ਪ੍ਰੇਰਨਾਮਈ ਭਗਤ ਜੀਆਂ ਨੇ ਨਹੀਂ ਸੁਣਿਆ। ਬਸ ਮਹਾਰਾਜਾ ਭੁਪਿੰਦਰ ਸਿੰਘ ਹੋਰਾਂ ਦਾ ਸੁੰਦਰ ਸਰੂਪ, ਸੀਸ ਤੇ ਸੋਹਣੀ ਸੁੰਦਰ ਦਸਤਾਰ, ਤੇ ਉਹਨਾਂ ਦੇ ਸਹਾਇਕ ਦਾ ਸੋਹਣਾ ਚਿਹਰਾ ਦੇਖ ਕੇ ਭਗਤ ਜੀਆਂ ਦੇ ਮਨ ਅੰਦਰ ਇੱਕ ਖਿੱਚ ਬਣੀ। ਭਲਾ ਕਾਹਦੀ ਖਿੱਚ? ਕਦੀ ਉਹ ਸੁੰਦਰ ਸਰੂਪ ਨੂੰ ਵੇਖਦੇ ਨੇ, ਕਦੀ ਆਪਣੇ ਸਿਰ ਵੱਲ ਵੇਖਦੇ ਨੇ ਕਿ ਮੇਰੇ ਸਿਰ ਉੱਤੇ ਕੇਸ ਕਿਉਂ ਨਹੀਂ, ਮੈਂ ਸਿਰ ਗੁੰਮ ਕਿਉਂ ਆ। ਉੱਥੇ ਬੈਠਿਆਂ ਭਗਤ ਜੀ ਦੀ ਦੂਰ ਅੰਦੇਸ਼ਤਾ। ਭਗਤ ਜੀਆਂ ਨੇ ਮਹਾਰਾਜਾ ਭੁਪਿੰਦਰ ਸਿੰਘ ਦੇ ਸੰਗਤ ਦੇ ਦਰਸ਼ਨ ਕਰਦਿਆਂ ਮਨ ਵਿੱਚ ਇੱਕ ਸੰਕਲਪ ਦ੍ਰਿੜ ਕਰ ਲਿਆ ਕਿ ਮੇਰੇ ਕੋਲੇ ਕੋਈ ਚੀਜ਼, ਇਹੋ ਜਿਹੀ ਵਸਤੂ ਅਮੋਲਕ ਨਹੀਂ ਹੈ ਜਿਹੜੀ ਮੈਨੂੰ ਗ੍ਰਹਿਣ ਕਰ ਲੈਣੀ ਚਾਹੀਦੀ ਹੈ। ਘਰ ਪਹੁੰਚਦੇ ਨੇ। ਘਰ ਪਹੁੰਚ ਕੇ ਮਾਂ ਨੂੰ ਪਤਾ ਕੀ ਕਹਿੰਦੇ ਕਿ ਮਾਂ, ਮੇਰੇ ਸਿਰ ਉੱਤੇ ਇਹ ਮੁਲਕ ਖਜ਼ਾਨਾ ਕਿਉਂ ਨਹੀਂ, ਮੈਂ ਸਿਰ ਗੁੰਮ ਕਿਉਂ ਆ। ਤੇ ਭਗਤ ਜੀ ਆਪਣੇ ਕਲਮ ਨਾਲ ਆਪਣੀ ਮਾਂ ਦੇ ਪਿਆਰ ਦੀਆਂ ਗਾਥਾਵਾਂ ਬਹੁਤ ਲਿਖਦੇ ਨੇ। ਭਗਤ ਜੀ ਦੇ ਜੀਵਨ ਘੜਨ ਦੇ ਵਿੱਚ ਮਾਂ ਦਾ ਕਿੱਡਾ ਵੱਡਾ ਰੋਲ ਹੈ, ਭਗਤ ਜੀ ਦੇ ਕਲਮ ਤੋਂ ਲਿਖੇ ਲੇਖਾਂ ਵਿੱਚੋਂ ਪ੍ਰਤੱਖ ਉੱਭਰਦਾ ਹੈ। ਮੈਂ ਜਿੰਨਾ ਭਗਤ ਜੀਆਂ ਨੂੰ ਪੜ੍ਹਿਆ, ਕਿਤੇ ਭਗਤ ਜੀ ਨੇ ਆਪਣੀ ਮਾਂ ਨਾਲ ਅਸਹਿਮਤੀ ਪ੍ਰਗਟ ਨਹੀਂ ਕੀਤੀ, ਪਰ ਅੱਜ ਮਾਂ ਨੇ ਨਾ ਤਾਂ ਨਹੀਂ ਕੀਤੀ, ਪਰ ਮਾਂ ਨੇ, ਭਗਤ ਜੀ ਕਹਿੰਦੇ, ਇਹ ਜ਼ਰੂਰ ਕਿਹਾ ਕਿ ਪੁੱਤਰ ਤੂੰ ਛੋਟਾ ਆ, ਕੇਸਾਂ ਦਾ ਭਾਰ ਹੁੰਦਾ ਹੈ, 10ਵੀਂ ਦਾ ਇਮਤਿਹਾਨ ਪਾਸ ਕਰ ਲੈ, ਫਿਰ ਤੂੰ ਕੇਸ ਰੱਖ ਲਈ। ਭਗਤ ਜੀ ਆਪਣੀ ਕਲਮ ਨਾਲ ਉੱਥੇ ਲਿਖਦੇ ਨੇ ਕਿ ਸਮਾਜ ਵਿੱਚ ਅਗਿਆਨਤਾ ਕਾਰਨ ਦੇਖੋ ਕਿਹੋ ਜਿਹੇ ਵਿਚਾਰ ਪ੍ਰਫੁੱਲਤ ਹੋਏ ਨੇ। ਜਿਹੜੀ ਮੇਰੀ ਮਾਂ ਅੱਜ ਬੋਲ ਰਹੀ ਹੈ, ਸਮਾਜ ਵਿੱਚ ਇਹ ਅਗਿਆਨਤਾ ਦੂਰ ਹੋਣੀ ਚਾਹੀਦੀ। ਭਗਤ ਜੀ ਨੇ ਉਸੇ ਵਕਤ ਨਿਰਣਾ ਕਰ ਲਿਆ ਕਿ ਮੈਂ ਕੇਸ ਰੱਖਣੇ ਨਹੀਂ। ਕਿਸੇ ਨੇ ਪ੍ਰੇਰਿਆ ਨਹੀਂ, ਕਿਸੇ ਨੇ ਭਾਈ ਤਾਰੂ ਸਿੰਘ ਦੀ ਦਾਸਤਾਨ ਨਹੀਂ ਸੁਣਾਈ, ਕਿਸੇ ਨੇ ਭਾਈ ਮਨੀ ਸਿੰਘ ਉਹਨਾਂ ਦੀ ਗਾਥਾ ਨਹੀਂ ਸੁਣਾਈ। ਅਜੇ ਤਾਂ ਭਗਤ ਜੀ ਜ਼ੋਰਾਵਰ ਸਿੰਘ, ਫਤਿਹ ਸਿੰਘ ਦੀ ਮਹਾਨ ਸ਼ਹਾਦਤਾਂ ਬਾਰੇ ਵੀ ਨਹੀਂ ਜਾਣਦੇ। ਬਸ ਇੱਕ ਖਿੱਚ, ਦੂਰ ਅੰਦੇਸ਼ਤਾ ਦੇਖੋ। ਤੇ ਆਪਣੀ ਮਾਂ ਨੂੰ ਪਤਾ ਕੀ ਕਹਿੰਦੇ ਨੇ, ਜੋ ਉਹਨਾਂ ਨੇ ਆਪਣੀ ਕਲਮ ਨਾਲ ਲਿਖਿਆ ਕਿ ਮੇਰੇ ਸਿਰ ਉੱਤੇ ਇੱਕ ਅਜਿਹੀ ਵਸਤੂ ਗੁੰਮ ਹੈ ਜਿਹੜੀ ਨਾ ਕੇਵਲ ਮਨੁੱਖ ਨੂੰ ਅਦੁੱਤੀ ਸੁੰਦਰਤਾ ਬਖਸ਼ਦੀ ਹੈ,
ਬਲਕਿ ਉਸ ਦੇ ਮਨੁੱਖੀ ਸਰੂਪ ਨੂੰ ਵੀ ਸੰਪੂਰਨ ਕਰਦੀ ਹੈ। ਭਗਤ ਜੀ ਕਹਿੰਦੇ ਮੇਰਾ ਸਰੂਪ ਮਾਂ ਅਧੂਰਾ ਹੈ, ਇਹ ਅਧੂਰੇ ਸਰੂਪ ਨੂੰ ਮੈਂ ਕੇਸ ਰੱਖ ਕੇ ਹੀ ਪੂਰਾ ਕਰ ਸਕਦਾ ਹਾਂ। ਇੱਥੇ ਹੀ ਗੱਲ ਕਰਦਿਆਂ ਇਸ ਦ੍ਰਿਸ਼ਟਾਂਤ ਨੂੰ ਦਿੰਦੇ ਨੇ ਕਿ ਮੈਂ ਆਪਣਾ ਪਹਿਲਾ ਪਿੰਗਲਾ ਪਿਆਰਾ ਜਿਹਨੂੰ ਪਾਲਿਆ। ਭਗਤ ਜੀ ਲਿਖਦੇ ਨੇ ਕਿ ਅੱਜ ਉਹ 50 ਵਰਿਆਂ ਦਾ ਹੋ ਚੁੱਕਿਆ ਹੈ। ਕਹਿੰਦੇ ਮੈਂ ਉਹਦੇ ਕੇਸਾਂ ਨੂੰ ਇੰਨੇ ਪਿਆਰ ਨਾਲ ਪਾਲਿਆ ਹੈ, ਉਹਨੂੰ ਅਜੇ ਕੋਈ ਸਮਝ ਨਹੀਂ, ਬੱਚਿਆਂ ਵਾਲੀ ਸਮਝ ਹੈ, ਕਿਉਂਕਿ ਦਿਮਾਗ ਉਤਨਾ ਵਿਕਸਿਤ ਨਹੀਂ ਨਾ ਵਿਚਾਰਾ, ਸਰੀਰਕ ਤੌਰ 'ਤੇ ਉਹ ਤੰਦਰੁਸਤ ਨਹੀਂ। ਪਰ ਭਗਤ ਜੀ ਬੜੇ ਮਾਣ ਨਾਲ ਲਿਖਦੇ ਨੇ ਕਿ ਮੈਂ ਉਹਨੂੰ ਵੀ ਕੇਸਾਂ ਦੀ ਮਹਾਨਤਾ ਇਤਨੀ ਦ੍ਰਿੜ ਕਰਵਾ ਦਿੱਤੀ ਹੈ ਕਿ ਅੱਜ ਪਿਆਰਾ 50 ਵਰਿਆਂ ਦਾ ਹੋ ਗਿਆ, ਉਹਨੂੰ ਕੋਈ ਕਹੇ ਨਾ ਕਿ ਤੇਰੇ ਕੇਸ ਕਟਾ ਦੀਏ ਤਾਂ ਪਿਆਰਾ ਨਾਰਾਜ਼ ਹੋ ਜਾਂਦਾ, ਇਤਰਾਜ਼ ਕਰਦਾ ਕਿ ਹਾਂ ਤੂੰ ਇੰਨੀ ਗੱਲ ਕਹੀ ਕਿਵੇਂ ਕਿ ਤੇਰੇ ਕੇਸ ਕਟਾ ਦੀਏ। ਦੇਖੋ ਕਿੰਨਾ ਪਿਆਰ ਸੀ ਭਗਤ ਜੀਆਂ ਦਾ ਕੇਸਾਂ ਦੇ ਨਾਲ ਕਿ ਉਹਨਾਂ ਨੇ ਜਿਹੜੇ ਪਹਿਲੇ ਪਿੰਗਲੇ ਨੂੰ ਪਾਲਿਆ ਆਖਰੀ ਸਵਾਸਾਂ ਤੱਕ ਉਹਦੇ ਕੇਸ ਭਗਤ ਜੀ ਨੇ ਪਿਆਰ ਨਾਲ ਸਵਾਰੇ ਤੇ ਉਹਨੂੰ ਕੇਸਾਂ ਪ੍ਰਤੀ ਉਹਦੇ ਅੰਦਰ ਇੰਨੀ ਖਿੱਚ ਪੈਦਾ ਕਰ ਦਿੱਤੀ ਕਿ ਉਹ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਕਿ ਪਿਆਰੇ ਤੇਰੇ ਕੇਸ ਕਟਵਾ ਦਈਏ। ਇੱਥੇ ਹੀ ਗੱਲ ਨਹੀਂ ਮੁੱਕਦੀ। ਭਗਤ ਜੀਆਂ ਦਾ ਪਹਿਲਾ ਦੌਰਾ ਫਤਿਹਗੜ੍ਹ ਸਾਹਿਬ ਦਾ ਦੀਵਾਨ ਸੰਪੂਰਨ ਹੋਇਆ। ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਤੁਰਿਆ ਜੋਤੀ ਸਰੂਪ ਨੂੰ, ਗੁਰਦੁਆਰਾ ਜੋਤੀ ਸਰੂਪ ਸਾਹਿਬ, ਜਿੱਥੇ ਸਾਹਿਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਦੇ ਸੰਸਕਾਰ ਹੋਏ। ਤੇ ਭਗਤ ਜੀ ਦੱਸਦੇ ਨੇ ਕਿ ਜਦੋਂ ਉੱਥੋਂ ਨਗਰ ਕੀਰਤਨ ਚੱਲਿਆ ਤਾਂ ਮਹਾਰਾਜਾ ਪਟਿਆਲਾ ਸਰਦਾਰ ਭੁਪਿੰਦਰ ਸਿੰਘ ਜੀ ਨੇ ਚੌਰ ਦੀ ਸੇਵਾ ਸੰਭਾਲ ਲਈ ਔਰ ਗੁਰੂ ਸਾਹਿਬ ਨੂੰ ਚੌਰ ਕਰਦੇ ਨਗਰ ਕੀਰਤਨ ਨੰਗੇ ਪੈਰੀ ਜੋਤੀ ਸਰੂਪ ਤੱਕ ਚੱਲ ਕੇ ਗਏ। ਸੰਗਤਾਂ ਵਿਰਾਗਮਈ ਕੀਰਤਨ ਕਰ ਰਹੀਆਂ ਨੇ। ਪੋਹ ਦੀਆਂ ਠੰਡੀਆਂ ਰਾਤਾਂ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਇਹ ਸਮਾਂ ਇੱਕ ਅਨੋਖੇ ਵਿਰਾਗ ਦਾ ਹੁੰਦਾ ਹੈ। ਤੇ ਭਗਤ ਜੀ ਲਿਖਦੇ ਨੇ ਕਿ ਜਦੋਂ ਮੈਂ ਦੇਖਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਜੋਤੀ ਸਰੂਪ ਪਹੁੰਚਦੇ ਨੇ, ਨੇਤਰਾਂ ਵਿੱਚੋਂ ਜਲ ਦੇ ਤੁਪਕੇ ਟੱਪ ਟੱਪ ਥੱਲੇ ਡਿੱਗ ਰਹੇ ਨੇ ਤੇ ਮਹਾਰਾਜਾ ਭੁਪਿੰਦਰ ਸਿੰਘ ਹੋਰਾਂ ਨੇ ਜੋਤੀ ਸਰੂਪ ਦੇ ਦਲੀਏ 'ਤੇ ਆਪਣਾ ਮਸਤਕ ਰੱਖਿਆ। ਬੜੇ ਪਿਆਰ ਦੇ ਨਾਲ ਉਸ ਦਸਤਕ ਦੇ ਸਮਰਪਣ ਹੁੰਦਿਆਂ ਹੋਇਆਂ ਮਹਾਰਾਜਾ ਭੁਪਿੰਦਰ ਸਿੰਘ ਦੇ ਅੰਦਰੋਂ ਆਏ ਨੀਰ ਵਗ ਰਿਹਾ ਸੀ। ਭਗਤ ਜੀ ਦੇ ਅੰਦਰ ਉਸ ਨੀਰ ਨੇ ਇੰਨੀ ਖਿੱਚ ਪਾਈ ਤੇ ਭਗਤ ਜੀ ਲਿਖਦੇ ਨੇ ਕਿ ਮੈਂ ਅੰਦਰੋਂ ਥਰ ਥਰ ਕੰਬ ਗਿਆ। ਮੈਂ ਸੋਚਿਆ ਵੀ ਇਹ ਐਡਾ ਵੱਡਾ ਮਹਾਰਾਜਾ, ਐਡੀ ਇਹਦੀ ਸ਼ਾਨੋ ਸ਼ੌਕਤ, ਜਿਸ ਦਰਬਾਰ ਵਿੱਚ ਇਹੋ ਜਿਹੇ ਵੱਡੇ ਵੱਡੇ ਮਹਾਰਾਜੇ ਆ ਕੇ ਆਪਣਾ ਸਿਰ ਧਰਦੇ ਨੇ, ਇਹਨਾਂ ਦੇ ਅੰਦਰੋਂ ਨੀਰ ਵਗ ਤੁਰਦਾ ਹੈ। ਭਗਤ ਜੀ ਕਹਿੰਦੇ ਮੈਨੂੰ ਕੁਝ ਨਹੀਂ ਸੀ ਪਤਾ ਇਸ ਦਰਬਾਰ ਦਾ ਕਿ ਨਾਨਕ ਦਾ ਦਰਬਾਰ ਕਿੱਡਾ ਉੱਚਾ, ਪਰ ਮੈਂ ਤਾਂ ਇਹੀ ਦੇਖ ਕੇ ਥਰ ਥਰ ਕੰਬ ਗਿਆ ਕਿ ਇਹ ਦਰਬਾਰ ਕਿੱਡਾ ਉੱਚਾ ਹੋਵੇਗਾ ਜਿੱਥੇ ਮਹਾਰਾਜੇ ਵੀ ਆ ਕੇ ਆਪਣੀਆਂ ਝੋਲੀਆਂ ਭਰਦੇ ਨੇ, ਆ ਕੇ ਫਰਿਆਦ ਕਰਦੇ ਨੇ, ਅੱਗੇ ਆ ਕੇ ਝੁਕਦੇ ਨੇ। ਦਰਬਾਰ ਕਿੰਨਾ ਉੱਚਾ ਹੋਵੇਗਾ, ਕੋਈ ਗੁਰਮਤਿ ਦੀ ਸੋਚੀ ਨਹੀਂ। ਇਹਨੂੰ ਕਹਿੰਦੇ ਨੇ ਦੂਰ ਅੰਦੇਸ਼ਤਾ, ਇਹਨੂੰ ਕਹਿੰਦੇ ਨੇ ਸਮੇਂ ਦੀਆਂ ਸਥਿਤੀਆਂ ਦਾ ਮੁਲਾਂਕਣ, ਇਹਨੂੰ ਕਹਿੰਦੇ ਨੇ, ਜਿਹਨੂੰ ਕਹਿੰਦੇ ਨੇ ਇਨ ਬਿਟਵੀਨ ਦਾ ਲਾਈਨਸ ਪੜ੍ਹਨਾ। ਅੰਗਰੇਜ਼ੀ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਸਿਆਣਾ ਜਿਹੜਾ ਜਿਹਦੇ ਕੋਲੇ ਵਿਜ਼ਡਮ ਹੋਵੇ ਉਹ ਇਨ ਬਿਟਵੀਨ ਦਾ ਲਾਈਨਸ ਪੜ੍ਹ ਲੈਂਦਾ, ਅਣਲਿਖੀਆਂ ਸਤਰਾਂ ਨੂੰ ਪੜ੍ਹ ਲੈਂਦਾ, ਅਣਕਹੇ ਬੋਲਾਂ ਨੂੰ ਪਛਾਣ ਲੈਂਦਾ। ਇਹੋ ਜਿਹੇ ਸਨ ਭਗਤ ਪੂਰਨ ਸਿੰਘ। ਸਿਰਫ 14 ਵਰਿਆਂ ਦੀ ਉਮਰ ਵਿੱਚ ਆਪਣੀ ਕਲਮ ਨਾਲ ਲਿਖਦੇ ਨੇ ਕਿ ਮੈਂ ਜੋਤੀ ਸਰੂਪ ਜਦੋਂ ਪਹੁੰਚਿਆ। ਹੁਣ ਗੌਰ ਕਰਨਾ, ਨਾਲ ਨਾਲ ਆਪਣਾ ਮੁਲਾਂਕਣ ਕਰਨਾ। ਅਸਾਂ ਵੀ ਦਰਜਨਾਂ ਵਾਰ ਜੋਤੀ ਸਰੂਪ ਦੇ ਦਰਸ਼ਨ ਕੀਤੇ ਨੇ, ਫਤਿਹਗੜ੍ਹ ਸਾਹਿਬ ਸੀਸ ਨਿਵਾਇਆ, ਪਰ ਭਗਤ ਜੀ ਅੱਜ ਪਹਿਲੀ ਵਾਰੀ 14 ਵਰਿਆਂ ਦੀ ਉਮਰ ਵਿੱਚ ਸੀਸ ਨਿਵਾ ਰਹੇ ਨੇ। ਜਦੋਂ ਗੁਰਮਤਿ ਦੀ ਕੋਈ ਸੋਝੀ ਨਹੀਂ ਰੱਖਦੇ, ਪਰ ਸੋਝੀ ਕਿਤਨੀ ਗਹਿਰ ਗੰਭੀਰ ਹੈ, ਦੂਰ ਅੰਦੇਸ਼ਤਾ ਕਿਤਨੀ ਹੈ। ਆਪਣੀ ਕਲਮ ਨਾਲ ਲਿਖਦੇ ਨੇ ਕਿ ਉਸ ਅਸਥਾਨ ਦੇ ਦਰਸ਼ਨ ਕਰਦਿਆਂ ਹੀ ਮੇਰਾ ਹਿਰਦਾ ਥਰ ਥਰਾ ਗਿਆ ਤੇ ਮੈਂ ਉਸ ਅਸਥਾਨ ਵਿੱਚੋਂ ਇੱਕ ਅਜਿਹੀ ਗੁਪਤ ਲਹਿਰ ਨਿਕਲਦੀ ਅਨੁਭਵ ਕੀਤੀ ਜਿਹੜੀ ਬੰਦੇ ਦੇ ਮਨ ਨੂੰ ਇਕਾਗਰ ਕਰਕੇ ਇਹ ਦੱਸ ਰਹੀ ਹੋਵੇ ਕਿ ਤੂੰ ਸੰਸਾਰ ਵਿੱਚ ਕਿਸ ਲਈ ਆਇਆ ਤੇ ਇੱਕ ਮਨੁੱਖ ਦੇ ਤੌਰ ਤੇ ਤੇਰੇ ਕੀ ਕੀ ਕਰਤੱਵ ਹੋ ਸਕਦੇ ਨੇ। ਹੁਣ ਖਿਆਲ ਕਰਨਾ, ਕਦੀ ਅਸਾਂ ਨੂੰ ਜੋਤੀ ਸਰੂਪ ਸਾਹਿਬ ਵਿਖੇ ਸੀਸ ਨਿਵਾਉਂਦਿਆਂ ਆਪਣੇ ਜੀਵਨ ਦੇ ਕਰਤੱਵਾਂ ਦਾ ਅਨੁਭਵ ਹੋਇਆ, ਪਰ 14 ਵਰਿਆਂ ਦੀ ਉਮਰ ਵਿੱਚ ਭਗਤ ਪੂਰਨ ਸਿੰਘ ਜਦੋਂ ਰਾਮ ਜੀ ਦਾਸ ਸੀ ਤਾਂ ਰਾਮ ਜੀ ਦਾਸ ਨੂੰ ਇਹ ਅਨੁਭਵ ਹੋ ਗਏ। ਤੇ ਭਗਤ ਜੀਆਂ ਦੀ ਦੂਰ ਅੰਦੇਸ਼ਤਾ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਕਿ ਉਹ ਦੂਰ ਅੰਦੇਸ਼ ਸਨ। ਬਚਪਨ ਦੇ ਵਿੱਚ ਹੀ ਜੋ ਵੇਖਦੇ ਸਨ, ਕਿਤਨੀ ਸੰਜੀਦਗੀ ਨਾਲ ਵੇਖਦੇ ਸਨ ਤੇ ਉਹਦੇ ਵਿੱਚੋਂ ਚੀਜ਼ਾਂ ਕਿਵੇਂ ਗ੍ਰਹਿਣ ਕਰਦੇ ਸਨ, ਕਿਵੇਂ ਇੰਬਾਈਬ ਕਰਦੇ ਸਨ। ਇਹ ਭਗਤ ਜੀਆਂ ਦੇ ਬਚਪਨ ਦੇ ਵਿੱਚੋਂ ਹੀ ਅਸੀਂ ਵੇਖ ਸਕਦੇ ਹਾਂ ਕਿ ਉਹਨਾਂ ਦੀ ਨਿਗਾਹ ਕਿਤਨੀ ਬਾਰੀਕ ਸੀ। ਘਰ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ ਸੀ।
ਪਰ ਸਮੇਂ ਨੇ ਇਸ ਤਰ੍ਹਾਂ ਕਰਵਟ ਲਈ ਕਿ ਭਗਤ ਜੀਆਂ ਦੇ ਘਰ ਵਿੱਚ ਗਰੀਬੀ ਨੇ ਇਸ ਤਰ੍ਹਾਂ ਆਪਣੇ ਪੈਰ ਪਸਾਰੇ ਕਿ ਭਗਤ ਜੀਆਂ ਦੀ ਮਾਂ ਕੋਲੇ ਭਗਤ ਜੀ ਨੂੰ ਪੜ੍ਹਾਉਣ ਲਈ ਪੈਸੇ ਵੀ ਨਾ ਰਹੇ ਤੇ 10 ਰੁਪਇਆਂ ਦੀ ਖਾਤਰ ਭਗਤ ਜੀਆਂ ਦੀ ਫੀਸ ਦੇਣ ਲਈ ਮਾਂ ਨੂੰ ਕੋਹਾਂ ਦੂਰ ਜਾ ਕੇ ਨੌਕਰੀ ਕਰਨੀ ਪਈ, ਭਾਂਡੇ ਮਾਂਜਣੇ ਪਏ, ਗੋਹਾ ਕੂੜਾ ਚੱਕਣਾ ਪਿਆ ਸਿਰਫ ਰਾਮ ਜੀ ਦਾਸ ਨੂੰ ਪੜ੍ਹਾਉਣ ਲਈ। ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਰਾਮ ਜੀ ਦਾਸ ਨਾ ਪੜ੍ਹ ਸਕੇ, 10ਵੀਂ ਦੇ ਇਮਤਿਹਾਨ ਵਿੱਚੋਂ ਹੀ ਫੇਲ ਹੋ ਗਏ। ਖੰਨੇ ਤੋਂ ਆਪਣੇ ਪਿੰਡ ਰਾਜੇਵਾਲ ਰੋਹਣੋਂ ਤੋਂ ਲਾਹੌਰ ਚਲੇ ਗਏ, ਡੇਰਾ ਸਾਹਿਬ ਲਾਹੌਰ ਗੁਰੂ ਅਰਜਨ ਦੇ ਦਰਬਾਰ ਦੇ ਜਾ ਕੇ ਉੱਕਰ ਬਣੇ। ਇੱਕ ਨਵੀਂ ਗਾਥਾ ਸ਼ੁਰੂ ਹੋਈ। ਇੱਕ ਪਿੰਗਲਾ ਪਿਆਰਾ ਕੋਈ ਛੱਡ ਗਿਆ ਗੁਰਦੁਆਰੇ ਸਾਹਿਬ ਦੇ ਵਿੱਚ, ਤੇ ਪ੍ਰਬੰਧਕ ਕਮੇਟੀ ਨੇ ਗੁਰਮੁਖਾਂ ਨੇ ਕਿਹਾ ਕਿ ਇਹ ਜਿਹੜਾ ਰਾਮ ਜੀ ਦਾਸ ਹੈ ਬੜੀ ਸੇਵਾ ਕਰਦਾ, ਇਹਨੂੰ ਇਹ ਲੂਲਾ ਦੇ ਦਿੰਦੇ ਆ। ਹੁਣ ਖਿਆਲ ਕਰਨਾ, ਦੂਰ ਅੰਦੇਸ਼ ਤਾਂ ਘਰ ਵਿੱਚ ਆਪਣੇ ਮਾਂ-ਬਾਪ, ਭੈਣ ਭਾਈ, ਇੱਕ ਪਰਿਵਾਰ ਦਾ ਕੋਈ ਨਜ਼ਦੀਕੀ ਮੈਂਬਰ, ਕੋਈ ਰਿਸ਼ਤੇਦਾਰ, ਕੋਈ ਮਿੱਤਰ ਹੋਵੇ, ਉਹਦੀ ਸੰਭਾਲ ਕਰਨੀ, ਉਹਦਾ ਕੋਈ ਸਰੀਰ ਦਾ ਅੰਗ ਖੜ ਜਾਵੇ, ਉਹਦੀ ਸੰਭਾਲ ਕਰਨੀ ਕਿਤਨੀ ਮੁਸ਼ਕਿਲ ਹੋ ਜਾਂਦੀ ਹੈ, ਅਸੀਂ ਭਾਰ ਸਮਝਦੇ ਹਾਂ। ਤੇ ਹੁਣ ਦੂਰ ਅੰਦੇਸ਼ਤਾ ਦੇਖਣੀ, ਇਹ ਦੂਰ ਅੰਦੇਸ਼ ਹੀ ਕੋਈ ਹੋ ਸਕਦਾ ਹੈ ਜਿਹਨਾਂ ਰਾਹ ਦਾ ਵੀ ਵਾਸਤਾ ਨਹੀਂ, ਕੋਈ ਜਾਣਦਾ ਪਹਿਚਾਣਦਾ ਵੀ ਨਹੀਂ, ਤੇ ਕਹਿ ਦਿੱਤਾ ਸੰਗਤ ਨੇ ਕਿ ਰਾਮ ਜੀ ਦਾਸ ਤੂੰ ਇਹਨੂੰ ਸੰਭਾਲ ਲੈ। ਉਹ ਪਿਆਰਾ ਉਹਨੂੰ ਸੰਭਾਲ ਲਿਆ, ਉਹਨੂੰ ਆਪਣੇ ਬੱਚਿਆਂ ਵਾਂਗੂ ਪਾਲਣਾ ਸ਼ੁਰੂ ਕੀਤਾ। ਇਸ ਗੱਲ ਦੇ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਕਰਨਾ ਕਿ ਇਹ ਪ੍ਰਗਟ ਕਿਵੇਂ ਹੁੰਦੀ ਹੈ, ਇਹੋ ਜਿਹੀ ਭਾਵਨਾ ਕਿੱਥੋਂ ਉਪਜਦੀ ਹੈ। ਇਹ ਕਿਸੇ ਦੂਰ ਅੰਦੇਸ਼ ਨੂੰ ਉਪਜਦੀ ਹੈ ਜਿਹਨੂੰ ਉਹ ਪਰਮਾਤਮਾ ਬਿਲਕੁਲ ਨੇੜੇ ਦਿਸਦਾ ਹੋਵੇ। ਕੋਈ ਦੂਰ ਅੰਦੇਸ਼ ਜਿਹੜਾ ਸਰਬ ਕਲਾ ਸਮਰੱਥ ਨੂੰ ਬਿਲਕੁਲ ਨੇੜੇ ਅਨੁਭਵ ਕਰ ਸਕਦਾ ਹੋਵੇ, ਉਹੀ ਐਡੀ ਵੱਡੀ ਜ਼ਿੰਮੇਵਾਰੀ ਨੂੰ ਚੱਕ ਸਕਦਾ ਹੈ। ਵਰਨਾ ਆਮ ਇਨਸਾਨ ਨੂੰ ਜਿਹਨੂੰ ਰੱਬ ਦੀ ਹੋਂਦ ਦਾ, ਰੱਬ ਦਾ ਅਨੁਭਵ ਹੀ ਨਹੀਂ, ਉਹ ਐਡੀ ਵੱਡੀ ਜ਼ਿੰਮੇਵਾਰੀ ਪ੍ਰਵਾਨ ਨਹੀਂ ਕਰ ਸਕਦਾ। ਭਗਤ ਜੀਆਂ ਦੀ ਦੂਰ ਅੰਦੇਸ਼ਤਾ ਇਤਨੀ ਸੀ ਕਿ ਜਿਹਨੂੰ ਲੋਕ ਦੂਰ ਸਮਝਦੇ ਨੇ, ਜਿਹਨੂੰ ਸਾਨੂੰ ਦੇਖਣਾ ਮੁਸ਼ਕਲ ਹੈ, ਜਿਹਨੂੰ ਸਾਡੇ ਨਾਸਤਿਕ ਵੀਰ ਕਹਿ ਦਿੰਦੇ ਨੇ ਕਿ ਰੱਬ ਹੈ ਕਿੱਥੇ ਹੈ, ਭਗਤ ਜੀ ਉਹਨੂੰ ਇੰਨਾ ਕੋਲੇ ਵੇਖਦੇ ਸਨ ਤੇ ਕਦੀ ਉਲਾਂਭਾ ਵੀ ਨਹੀਂ ਸਨ ਦਿੰਦੇ। ਅਸੀਂ ਪਾਠ ਕਰਦੇ ਹਾਂ, ਸੇਵਾ ਕਰਦੇ ਹਾਂ, ਕਿਤੇ ਕੋਈ ਸਾਡੀ ਇੱਛਾ ਪੂਰਨ ਨਾ ਹੋਵੇ ਤੇ ਰੱਬ ਨੂੰ ਉਲਾਂਭਾ ਦਿੰਦੇ ਹਾਂ ਕਿ ਤੇਰੀ ਇੰਨੀ ਸੇਵਾ ਕੀਤੀ, ਇੰਨਾ ਪਾਠ ਕੀਤਾ, ਤੇ ਆਹ ਕੀ ਹੈ, ਆਹ ਮੁਸੀਬਤ ਕਿਉਂ ਗਲ ਆ ਪਈ। ਪਰ ਭਗਤ ਜੀਆਂ ਦੀ ਦੂਰ ਅੰਦੇਸ਼ਤਾ ਦੇਖੋ ਕਿ ਰੱਬ ਨਾਲ ਕਿਵੇਂ ਗਲਵਕੜੀ ਪਾ ਲਈ ਹੈ, ਰੱਬ ਦਾ ਕਿੰਨਾ ਅਹਿਸਾਸ ਹੈ, ਪਰਮਾਤਮਾ ਨਾਲ ਕਿਤਨੇ ਓਤ-ਪੋਤ ਨੇ, ਵਾਹਿਗੁਰੂ ਜੀ ਤੇ ਅਟੁੱਟ ਭਰੋਸਾ ਕਿੰਨਾ ਕਿ ਕਦੀ ਗਿਲਾਈ ਕੋਈ ਨਹੀਂ ਕੀਤਾ, ਕਦੀ ਗਿਲਾਈ ਕੋਈ ਨਹੀਂ ਕੀਤਾ। ਉਹਨਾਂ ਦੇ ਇੱਕ ਜੀਵਨ ਦੀ ਗਾਥਾ ਦਾ ਕਲਾਈਮੈਕਸ ਦੇਖੋ। ਕਈ ਦਿਨਾਂ ਦੇ ਭੁੱਖੇ ਭਾਣੇ ਨੇ, ਖਾਣ ਨੂੰ ਰੋਟੀ ਦਾ ਟੁੱਕ ਨਹੀਂ ਮਿਲਿਆ, ਤੇ ਲਿਖਦੇ ਨੇ ਕਈ ਦਿਨਾਂ ਬਾਅਦ ਇੱਕ ਦਿਨ ਇੱਕ ਕਾਂ ਦੇ ਮੂੰਹ ਵਿੱਚੋਂ ਰੋਟੀ ਦਾ ਟੁਕੜਾ ਡਿੱਗਿਆ ਮਿਲ ਪਿਆ। ਕਹਿੰਦੇ ਅੱਧਾ ਟੁਕੜਾ ਮੈਂ ਖਾਧਾ ਤੇ ਅੱਧਾ ਪਿਆਰੇ ਨੂੰ ਖਵਾਇਆ, ਪਰ ਗਿਲਾ ਨਹੀਂ ਕੀਤਾ। ਹੁਣ ਦੇਖਣਾ ਦੂਰ ਅੰਦੇਸ਼ਤਾ ਕਿਤਨੀ ਹੈ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਭਗਤ ਜੀ ਗੁਰਬਾਣੀ ਦੇ ਇਹਨਾਂ ਬੋਲਾਂ ਨੂੰ ਪਤਾ ਕੀ ਲਿਖਦੇ ਨੇ? ਕਹਿੰਦੇ ਰੱਬ ਦੇ ਘਰ ਦਾ ਚੈੱਕ, ਜੈ ਜੈ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਧਾਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਭਗਤ ਜੀ ਕਹਿੰਦੇ ਇਹ ਰੱਬ ਦੇ ਘਰ ਦਾ ਚੈੱਕ ਹੈ। ਖਾਣ ਨੂੰ ਹਫਤਾ ਹਫਤਾ ਰੋਟੀ ਕੋਈ ਨਹੀਂ। ਭਗਤ ਜੀ ਤੇ ਗੁਰਬਾਣੀ ਦੇ ਬੋਲ ਇਹ ਢੁਕਦੇ ਨੇ, ਅਣਹੋਂਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਆਪਣੇ ਕੋਲੇ ਖਾਣ ਨੂੰ ਦੋ ਟੁੱਕ ਨਹੀਂ, ਪਰ ਕਿੰਨੇ ਹੀ ਮਰੀਜ਼ਾਂ ਦੀ ਜ਼ਿੰਮੇਵਾਰੀ ਚੱਕੀ ਫਿਰਦੇ ਨੇ ਕਿ ਉਹਨਾਂ ਨੂੰ ਰੋਟੀ ਖਵਾਣੀ ਹੈ, ਇਲਾਜ ਕਰਨਾ ਹੈ, ਉਹਨਾਂ ਦੇ ਸਿਰਾਂ ਨੂੰ ਸੁੱਖ ਦੇਣਾ। ਪਿਆਰ ਵਾਲਿਓ, ਇਹ ਕੋਈ ਦੂਰ ਅੰਦੇਸ਼ ਕਰ ਸਕਦਾ ਹੈ? ਅਸੀਂ ਤਾਂ ਝੱਟ ਰੱਬ ਦੀ ਹੋਂਦ ਤੇ ਗੱਲਾਂ ਕਰ ਲੈਂਦੇ ਹਾਂ, ਪਰ ਭਗਤ ਜੀ ਇੰਨੇ ਦੁੱਖ ਤਕਲੀਫ ਸਰੀਰ ਤੇ ਹੰਢਾਏ ਨੇ ਪਰ ਕਦੀ ਗਿਲਾ ਨਹੀਂ ਕੀਤਾ। ਇਹ ਹੈ ਦੂਰ ਅੰਦੇਸ਼ ਮਨੁੱਖ ਜਿਹਨੂੰ ਰੱਬ ਬਿਲਕੁਲ ਨੇੜੇ ਦਿਸਦਾ ਹੈ। ਅਨੇਕਾਂ ਦੁੱਖਾਂ ਦੇ ਵਿੱਚ ਵੀ ਉਹਨੂੰ ਕਦੀ ਮਹਿਸੂਸ ਨਹੀਂ ਹੁੰਦਾ ਕਿ ਮੈਨੂੰ ਦੁੱਖ ਨਹੀਂ, ਕਿਉਂਕਿ ਉਹ ਪਿਆਰ ਵਿੱਚ ਰੰਗਿਆ ਜਾ ਚੁੱਕਿਆ। ਉਹ ਇੱਕ ਅਕਾਲ ਪੁਰਖ ਵਿੱਚ ਅਭੇਦ ਹੈ। ਭਗਤ ਜੀ ਦਾ ਵਿਦਿਅਕ ਅਦਾਰਿਆਂ ਵਿੱਚ ਪ੍ਰਚਾਰ, ਇਹ ਵੀ ਭਗਤ ਜੀ ਦੀ ਬਹੁਤ ਦੂਰ ਅੰਦੇਸ਼ਤਾ ਹੈ। ਭਗਤ ਜੀ ਨੂੰ ਇਸ ਗੱਲ ਦੀ ਸੋਝੀ ਸੀ, ਭਾਵੇਂ ਕਿ ਭਗਤ ਜੀ ਆਪ 10ਵੀਂ ਦਾ ਇਮਤਿਹਾਨ ਪਾਸ ਨਾ ਕਰ ਸਕੇ, ਪਰ ਭਗਤ ਜੀ ਜਾਣਦੇ ਸਨ ਕਿ ਵਿਦਿਆ ਹੀ ਇੱਕ ਚਾਨਣ ਦਾ ਰਾਹ ਹੈ।
ਜੇ ਵਿਦਿਅਕ ਅਦਾਰਿਆਂ ਵਿੱਚ ਪੜ੍ਹ ਰਹੇ ਨੌਜਵਾਨ ਲੜਕੇ ਲੜਕੀਆਂ ਨੂੰ ਮੈਂ ਸਚਿਆਰ ਮਨੁੱਖ ਬਣਨ ਦੀ ਜਗਿਆਸਾ ਪ੍ਰਬਲ ਕਰ ਦੇਵਾਂ ਤਾਂ ਮੇਰਾ ਦੇਸ਼, ਮੇਰਾ ਸਮਾਜ ਖੁਸ਼ਹਾਲ ਬਣ ਸਕਦਾ ਹੈ। ਭੱਜ ਭੱਜ ਕੇ ਵਿਦਿਅਕ ਅਦਾਰਿਆਂ ਵਿੱਚ ਜਾਂਦੇ ਸਾਂ ਮੈਨੂੰ ਯਾਦ ਆ ਗਿਆ, ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਕਾਲਜ ਦਾ ਵਿਦਿਆਰਥੀ ਸਾਂ। ਡਾਕਟਰ ਖੇਮ ਸਿੰਘ ਉਨੀ ਦਿਨੀ ਸਾਡੀ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ। ਡਾਕਟਰ ਸਾਹਿਬ ਨੇ ਨਿਰਣਾ ਲਿਆ ਕਿ ਮੈਂ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮੁਲਾਕਾਤ ਭਗਤ ਪੂਰਨ ਸਿੰਘ ਨਾਲ ਕਰਵਾਉਣੀ। ਮੈਨੂੰ ਯਾਦ ਹੈ ਭਗਤ ਜੀਆਂ ਦੀ ਉਮਰ ਉਸ ਵਕਤ ਕੋਈ 84-85 ਸਾਲ ਦੀ ਹੋਣੀ ਹੈ। ਸ਼ਾਮਾਂ ਦਾ ਵਕਤ ਸੀ ਜਦੋਂ ਭਗਤ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪਹੁੰਚੇ ਤੇ ਡਾਕਟਰ ਖੇਮ ਸਿੰਘ ਬਹੁਤ ਸਾਰੇ ਅਧਿਆਪਕਾਂ ਨੂੰ ਨਾਲ ਲੈ ਕੇ ਤੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਭਗਤ ਜੀਆਂ ਦੇ ਸਵਾਗਤ ਲਈ ਆਡੀਟੋਰੀਅਮ ਦੇ ਗੇਟ ਦੇ ਬਾਹਰ ਖੜੇ ਸਨ। ਮੈਂ ਡਾਕਟਰ ਖੇਮ ਸਿੰਘ ਦੇ ਨਾਲ ਖੜਾ ਤੇ ਮੇਰੇ ਹੱਥ 'ਚ ਫੁੱਲਾਂ ਦਾ ਗੁਲਦਸਤਾ ਸੀ ਜਿਹੜਾ ਮੈਂ ਡਾਕਟਰ ਸਾਹਿਬ ਨੂੰ ਦੇਣਾ ਸੀ ਤੇ ਡਾਕਟਰ ਸਾਹਿਬ ਜੀ ਨੇ ਭਗਤ ਜੀਆਂ ਨੂੰ ਅਰਪਣ ਕਰਨਾ ਸੀ। ਤੇ ਜਦੋਂ ਭਗਤ ਜੀ ਆਡੀਟੋਰੀਅਮ ਕੋਲੇ ਪਹੁੰਚਦੇ ਨੇ ਤਾਂ ਉਹਨਾਂ ਦੀ ਨਿਗਾਹ ਅਚਨਚੇਤ ਆਡੀਟੋਰੀਅਮ ਦੇ ਬਾਹਰਲੇ ਪਾਸੇ ਨਜ਼ਦੀਕ ਹੀ ਖੜੇ ਕੁਝ ਸਾਈਕਲਾਂ 'ਤੇ ਪੈ ਜਾਂਦੀ ਹੈ, ਜਿੱਥੇ ਵਿਦਿਆਰਥੀਆਂ ਨੇ ਉਸ ਸਮਾਗਮ ਵਿੱਚ ਹਾਜ਼ਰੀ ਭਰਨ ਆਏ ਵਿਦਿਆਰਥੀਆਂ ਨੇ ਆਪਣੇ ਸਾਈਕਲ ਖੜੇ ਕੀਤੇ ਹੋਏ ਸੀ। ਇਹ ਉਹ ਵਕਤ ਸੀ ਜਦੋਂ ਬਹੁਤੇ ਵਿਦਿਆਰਥੀ ਸਾਈਕਲਾਂ 'ਤੇ ਤੇ ਬਹੁਤੇ ਪ੍ਰੋਫੈਸਰ ਵੀ ਸਾਈਕਲਾਂ 'ਤੇ ਆਇਆ ਕਰਦੇ ਸਨ। ਤੇ ਅਚਨਚੇਤ ਭਗਤ ਜੀ ਜਦੋਂ ਉਹ ਸਾਈਕਲਾਂ ਵੱਲ ਵੇਖਦੇ ਨੇ, ਪਤਾ ਨਹੀਂ ਭਗਤ ਜੀਆਂ ਨੇ ਕੀ ਵੇਖਿਆ ਤੇ ਭਗਤ ਜੀ ਸਾਹਮਣੇ ਅਸੀਂ ਸਾਰੇ ਖੜੇ ਹਾਂ, ਸਾਡੇ ਵੱਲ ਨੂੰ ਪਿੱਠ ਕਰਕੇ ਤੇ ਭਗਤ ਜੀ ਸਾਈਕਲਾਂ ਦੇ ਵਿੱਚ ਨੂੰ ਜਾ ਵੜੇ। ਅਸੀਂ ਵੇਖ ਰਹੇ ਹਾਂ ਵੀ ਇਹ ਉਧਰ ਨੂੰ ਕੀ ਕਰਨ ਜਾ ਰਹੇ ਨੇ। ਸਾਡੇ ਵੇਖਦਿਆਂ ਭਗਤ ਜੀਆਂ ਨੇ ਉਹਨਾਂ ਸਾਈਕਲਾਂ ਦੇ ਵਿਚਾਲੇ ਗੋਹਾ ਪਿਆ ਸੀ ਤੇ ਭਗਤ ਜੀਆਂ ਨੇ ਉਹ ਗੋਹਾ ਚੱਕ ਲਿਆ ਤੇ ਹੁਣ ਉਹ ਗੋਹਾ ਚੱਕ ਕੇ ਸਾਡੇ ਵੱਲ ਨੂੰ ਐਂ ਕਰਕੇ ਹੱਥ ਵਧੇ ਆਉਂਦੇ ਨੇ ਤੇ ਅਸੀਂ ਵੇਖ ਰਹੇ ਹਾਂ ਵੀ ਇਹ ਅੱਜ ਸਾਡੇ ਮੁੱਖ ਮਹਿਮਾਨ ਨੇ। ਇਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੋਣਾ ਤੇ ਹੱਥ ਵਿੱਚ ਗੋਹਾ ਚੱਕੀ ਅੰਦਰ ਨੂੰ ਤੁਰੇ ਆਉਂਦੇ ਨੇ। ਤੇ ਡਾਕਟਰ ਖੇਮ ਸਿੰਘ ਨੇ ਮੈਨੂੰ ਇਸ਼ਾਰਾ ਕੀਤਾ ਕਿ ਫੁੱਲਾਂ ਦਾ ਗੁਲਦਸਤਾ ਮੈਨੂੰ ਫੜਾ ਦੇ ਤੇ ਤੂੰ ਗੋਹਾ ਲੈ ਲੈ। ਮੈਂ ਅੱਗੇ ਵਧਿਆ। ਭਗਤ ਜੀਆਂ ਦੀ ਦੂਰ ਅੰਦੇਸ਼ਤਾ ਦੇਖੋ ਕਿ ਕਿਤਨੀ ਸੰਜੀਦਗੀ ਸੀ ਉਹਨਾਂ ਦੇ ਜੀਵਨ ਦੇ ਵਿੱਚ। ਮੈਂ ਅੱਗੇ ਵਧਿਆ, ਹੱਥ ਮੈਂ ਖੋਲ੍ਹੇ ਤੇ ਭਗਤ ਜੀਆਂ ਨੇ ਗੋਹਾ ਮੇਰੇ ਹੱਥਾਂ 'ਤੇ ਸਿੱਟ ਦਿੱਤਾ। ਤੇ ਫਿਰ ਪਤਾ ਕੀ ਕੀਤਾ, ਤੇ ਆਪਣੇ ਗੋਹੇ ਵਾਲੇ ਹੱਥ ਮੇਰੀ ਸਾਰੀ ਕਮੀਜ਼ ਨੂੰ ਮਲ ਕੇ ਸਾਫ਼ ਕਰ ਲਏ ਤੇ ਫਿਰ ਆਪਣੀ ਝੱਗੇ ਜਿਵੇਂ ਬੱਚਾ ਕਰਦਾ ਐਂ ਕਰਕੇ ਆਪਣੇ ਹੱਥ ਸਾਫ਼ ਕਰ ਲਏ। ਜੀ ਕਮਾਲ ਦੀ ਗੱਲ ਦੇਖੋ, ਦੇਖਣ ਵਾਲੇ ਸੋਚਦੇ ਹੋਣਗੇ ਇਹ ਕਮਲ ਹੈ। ਤੇ ਭਗਤ ਜੀ ਅਕਸਰ ਲਿਖਦੇ ਨੇ, ਅਕਸਰ ਕਹਿੰਦੇ ਨੇ ਕਿ ਲੋਕੀ ਅਕਸਰ ਇਹ ਭੁਲੇਖਾ ਖਾ ਜਾਂਦੇ ਨੇ ਕਿ ਕਮਲਾ ਆ, ਪਰ ਭਗਤ ਜੀ ਦੀ ਹਰ ਗੱਲ ਵਿੱਚ ਇੱਕ ਦੂਰ ਅੰਦੇਸ਼ਤਾ ਸੀ। ਭਗਤ ਜੀਆਂ ਦਾ ਇੱਕ ਢੰਗ ਸੀ ਕਿ ਆਡੀਅנס ਨੂੰ, ਸਰੋਤਿਆਂ ਨੂੰ ਆਪਣੇ ਵੱਲ ਖਿੱਚਣਾ ਕਿਵੇਂ ਹੈ ਤੇ ਆਪਣੀ ਗੱਲ ਦਾ ਪ੍ਰਭਾਵ ਛੱਡਣਾ ਕਿਵੇਂ ਹੈ। ਇਹ ਕਲਾ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ੀ ਸੀ ਤੇ ਉਹਨਾਂ ਦੀ ਹਰ ਗੱਲ ਵਿੱਚ ਦੂਰ ਅੰਦੇਸ਼ਤਾ ਸੀ। ਹੁਣ ਭਲਾ ਸੋਚੋਗੇ ਇੱਥੇ ਗੋਹਾ ਚੱਕ ਕੇ ਲਿਆਉਣ ਵਿੱਚ ਕੀ ਦੂਰ ਅੰਦੇਸ਼ਤਾ ਸੀ। ਮੈਨੂੰ ਪੁੱਛਦੇ ਨੇ, ਮੈਨੂੰ ਅੱਜ ਤੱਕ ਉਹ ਪਲ ਯਾਦ ਨੇ ਕਿ ਭਗਤ ਜੀ ਨੇ ਪਹਿਲਾ ਸਵਾਲ ਕੀਤਾ, ਕਹਿੰਦੇ ਕਾਕਾ ਕਿੰਨੇ ਵਜੇ ਹੈ। ਮੈਂ ਆਪਣੀ ਘੜੀ ਦੇਖ ਕੇ ਕਿਹਾ, ਮੈਂ ਕਿਹਾ ਜੀ 6 ਵਜੇ ਹੈ। ਸਮਾਗਮ ਕਿੰਨੇ ਵਜੇ ਖਤਮ ਹੋਣਾ ਹੈ। ਮੈਂ ਕਿਹਾ ਜੀ 2 ਘੰਟੇ ਲੱਗਣਗੇ। ਕਹਿੰਦੇ 2 ਨਹੀਂ 3 ਲੱਗਣੇ ਨੇ, ਕਿਉਂਕਿ ਭਗਤ ਜੀ ਨੂੰ ਪਤਾ ਸੀ ਕਿ 2-2.5 ਘੰਟੇ ਤਾਂ ਉਹਨਾਂ ਆਪ ਇਕੱਲਿਆਂ ਨੇ ਬੋਲਣਾ ਹੈ। ਤੇ ਪੌਣੇ 3 ਘੰਟੇ ਭਗਤ ਜੀਆਂ ਨੇ ਉਸ ਦਿਨ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤੇ ਕਹਿਣ ਲੱਗੇ ਕਾਕਾ ਹਨੇਰਾ ਹੋ ਜਾਣਾ ਹੈ। ਜਦੋਂ ਵਿਦਿਆਰਥੀਆਂ ਨੇ ਬਾਹਰ ਆਉਣਾ ਹੈ, ਕਿਸੇ ਨਾ ਕਿਸੇ ਵਿਦਿਆਰਥੀ ਦਾ ਪੈਰ ਇਸ ਗੋਹੇ ਵਿੱਚ ਜਾ ਵੜਨਾ ਹੈ ਤੇ ਰਾਤ ਨੂੰ ਧੋਣ ਨੂੰ ਤੋਂ ਥਾਂ ਨਹੀਂ ਮਿਲਣੀ। ਤੇ ਵਿਦਿਆਰਥੀ ਨੇ ਆਪਣੇ ਹੋਸਟਲ ਨੂੰ, ਆਪਣੇ ਘਰ ਨੂੰ ਜਾਣ ਲੱਗਿਆ ਜਦੋਂ ਸਾਈਕਲ ਚਲਾਉਣਾ ਤੇ ਗੋਹੇ ਨਾਲ ਲਿਬੜੇ ਹੋਏ ਪੈਰ ਨੂੰ ਸਾਈਕਲ ਨਾਲ ਖਾਜ ਕਰੂਗਾ ਤੇ ਜਦੋਂ ਖਾਜ ਕਰੂਗਾ ਸਾਈਕਲ ਕਿਸੇ ਵਿੱਚ ਜਾ ਕੇ ਵੱਜੂਗਾ, ਦੁਰਘਟਨਾ ਹੋ ਜੂ। ਇਹ ਨਾ ਹੋਵੇ ਕਿਸੇ ਦੀ ਕੋਈ ਜਾਨ ਹੀ ਚਲੀ ਜਾਵੇ। ਕਦੇ ਅਸੀਂ ਸੋਚ ਸਕਦੇ ਹਾਂ ਇੰਨਾ ਦੂਰ ਤੱਕ? ਕਦੀ ਅਸੀਂ ਸੋਚ ਸਕਦੇ ਹਾਂ ਇੰਨਾ ਦੂਰ ਤੱਕ? ਸੜਕ ਦੇ ਵਿਚਾਲੇ ਰੋੜਾ ਡਿੱਗਿਆ ਪਿਆ ਹੁੰਦਾ, ਅਸੀਂ ਆਪਣੀ ਤੇਜ਼ ਵਾਹਨਾਂ 'ਤੇ ਆਉਂਦੇ ਐਂ ਕਰਕੇ ਰੋੜੇ ਤੋਂ ਆਪਣਾ ਵਾਹਨ ਲੈ ਕੇ ਗਾਹਾਂ ਨਿਕਲ ਜਾਂਦੇ ਹਾਂ। ਕੋਈ ਨਹੀਂ ਸੋਚਦਾ ਕਿ ਇਹਨੂੰ ਚੱਕ ਕੇ ਪਾਸੇ ਕਰ ਦਈਏ। ਪਰ ਭਗਤ ਜੀ ਨੂੰ ਇੱਕ ਗੋਹਾ ਵੀ ਦਰਦ ਦੇ ਰਿਹਾ ਹੈ ਕਿ ਮਤਾ ਕੋਈ ਪੈਰ ਰਾਤ ਨੂੰ ਵਿਦਿਆਰਥੀ ਦੇ ਲਿਬੜ ਗਏ, ਉਹ ਗੋਹੇ ਦੀ ਖਾਜ ਵਿੱਚ ਕਰਦਿਆਂ ਕਿਤੇ ਜਾ ਕੇ ਸਾਈਕਲ ਕਿਸੇ ਤੇਜ਼ ਵਾਹਨ 'ਚ ਮਾਰ ਕੇ ਦੁਰਘਟਨਾ ਨਾ ਹੋ ਜਾਵੇ। ਇਤਨੀ ਦੂਰਦਰਸ਼ਤਾ ਸੀ ਉਹਨਾਂ ਦੀ ਨਿਗਾਹ ਦੇ ਵਿੱਚ, ਹਰ ਪੈਰ ਉੱਤੇ। ਹੁਣ ਤਾਂ ਮੈਂ ਚਲੋ ਭਗਤ ਜੀ ਨੂੰ ਪੜ੍ਹਦਾ, ਮੈਨੂੰ ਤਾਂ ਉਹਨਾਂ ਦੀ ਹਰ ਗੱਲ ਵਿੱਚ ਬਹੁਤ ਹੀ ਦੂਰ ਅੰਦੇਸ਼ ਉਹਨਾਂ ਦੀ ਸੋਚਣੀ ਦੇ ਦਰਸ਼ਨ ਹੁੰਦੇ ਨੇ। ਐਸੇ ਸਨ ਭਗਤ ਪੂਰਨ ਸਿੰਘ। ਆਪਣੀ ਇੱਕ ਲਿਖਤ ਵਿੱਚ ਜਿਹਦਾ ਸਿਰਲੇਖ ਲਿਖਦੇ ਨੇ, ਕਿਸ਼ਤੀ ਨੂੰ ਡੋਬਣ ਵਾਲਾ ਉਸਦੇ ਢਿੱਡ ਦਾ ਬੋਝ। ਇਸ ਗੱਲ ਨੂੰ ਕਿਤਨੇ ਉਤਸ਼ਾਹ ਨਾਲ ਲਿਖਦੇ ਨੇ ਕਿ ਮੇਰਾ ਵਿਦਿਅਕ ਅਦਾਰਿਆਂ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਗੱਲ ਕਰਨ ਦਾ, ਵਿਦਿਆਰਥੀਆਂ ਨੂੰ ਸਚਿਆਰ ਬਣਨ ਦਾ ਸੁਨੇਹਾ ਦੇਣ ਦਾ ਕਿਤਨਾ ਚਾਅ ਸੀ ਉਹਨਾਂ ਅੰਦਰ
ਉਹ ਲਿਖਦੇ ਨੇ ਕਿ ਮੇਰੀ ਉਮਰ 82 ਸਾਲਾਂ ਦੀ ਹੋ ਚੁੱਕੀ ਹੈ। ਵਾਹਿਗੁਰੂ ਦੀ ਮਿਹਰ ਨਾਲ ਅਜੇ ਮੇਰਾ ਸਰੀਰ ਚੰਗਾ ਚੱਲ ਰਿਹਾ ਹੈ। ਜਦੋਂ ਮੈਂ ਦੇਸ਼ ਦੁਨੀਆ ਦੇ ਹਾਲਾਤ ਨੂੰ ਤੱਕਦਾ ਤਾਂ ਮੇਰੇ ਚਿੱਤ ਵਿੱਚ ਇਹ ਪ੍ਰਬਲ ਇੱਛਾ ਹੁੰਦੀ ਹੈ ਕਿ ਮੈਂ ਹਨੇਰੀ ਵਾਂਗ ਦੇਸ਼ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਛਾ ਜਾਵਾਂ ਅਤੇ ਦੇਸ਼ ਦੇ ਹਰ ਬੱਚੇ ਨੂੰ ਸ਼੍ਰੀ ਗੁਰੂ ਨਾਨਕ ਦੇਵ ਦੀ ਬਾਬਰ ਦੇ ਹਮਲੇ ਵਾਲੀ ਸਾਖੀ ਸੁਣਾਵਾਂ। ਪਿਆਰ ਵਾਲਿਓ, ਇਤਨਾ ਚਾਅ ਸੀ, ਅੰਦਾਜ਼ਾ ਤਾਂ ਲਗਾਓ 82 ਵਰਿਆਂ ਦੀ ਉਮਰ ਦੇ ਵਿੱਚ ਭਗਤ ਜੀ ਨੂੰ ਚਾਅ ਚੜਿਆ ਕਿ ਮੈਂ ਦੇਸ਼ ਦੇ ਸਾਰੇ ਸਕੂਲਾਂ ਕਾਲਜਾਂ ਵਿੱਚ ਜਾ ਕੇ ਛਾ ਜਾਵਾਂ ਅਤੇ ਉਹਨਾਂ ਦੇ ਅੰਦਰ ਹਲੂਣਾ ਦੇਵਾਂ ਕਿ ਗੁਰੂ ਨਾਨਕ ਦੀਆਂ ਸਾਖੀਆਂ ਸੁਣੋ। ਮੈਨੂੰ ਯਾਦ ਆ ਜਦੋਂ ਮੈਨੂੰ ਮਿਲੇ ਸਨ, ਇਹ ਲਿਖਤ ਭਗਤ ਜੀਆਂ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਦੌਰਾ ਕਰਨ ਤੋਂ ਪਹਿਲਾਂ ਦੀ ਜਾਪਦੀ ਹੈ। ਗੱਲ ਲਗਭਗ 88-89 ਦੀ ਹੈ ਅਤੇ ਉਸ ਵਕਤ ਭਗਤ ਜੀਆਂ ਦੀ ਉਮਰ 84-85 ਸਾਲਾਂ ਦੀ ਸੀ ਅਤੇ ਭਗਤ ਜੀ ਕਿਵੇਂ ਵਾਹਾਂ ਉਲਾਰ ਕੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਉਹ ਮੁੰਡਿਓ ਕੁੜੀਓ, ਉਹ ਮੁੰਡਿਓ ਉਹ ਕੁੜੀਓ, ਉਹ ਮੇਰੇ ਬਿੱਲਿਓ ਮੇਰੀ ਬਿੱਲੀਓ, ਬਾਰ-ਬਾਰ ਕਹਿ ਰਹੇ ਸਨ ਕਿ ਤੁਸੀਂ ਖੂਹ ਵਿੱਚ ਡੁੱਬ ਗਏ ਹੋ, ਮਾਇਆ ਦੇ ਖੂਹ ਵਿੱਚ ਇੱਥੋਂ ਬਾਹਰ ਨਿਕਲ ਸਕਦੇ ਹੋ ਜੇ ਗੁਰੂ ਨਾਨਕ ਦੀ ਬਾਣੀ ਦਾ ਪੱਲਾ ਫੜ ਲਵੋਗੇ। ਇਤਨਾ ਚਾਅ ਸੀ ਭਗਤ ਜੀਆਂ ਨੂੰ 85 ਵਰਿਆਂ ਦੀ ਉਮਰ ਵਿੱਚ ਵੀ ਵਿਦਿਅਕ ਅਦਾਰਿਆਂ ਵਿੱਚ ਜਾ ਕੇ ਕਿਤਨੇ ਦੂਰ ਅੰਦੇਸ਼ ਸਨ ਕਿ ਕਿਤੇ ਵਿਦਿਆਰਥੀ ਜਾਗ ਜਾਣ, ਦੇਸ਼ ਦਾ ਭਵਿੱਖ ਨਿਖਰ ਆਵੇਗਾ। ਭਾਰੇ ਫਿਕਰ ਭਗਤ ਜੀਆਂ ਦੇ ਜੀਵਨ ਦੀ ਦੂਰ ਅੰਦੇਸ਼ਤਾ ਦੇਖੋ ਕਿ ਜਿੱਥੇ ਬੈਠਦੇ ਸਨ ਉੱਥੇ ਸੋਚਦੇ ਸਨ ਕਿ ਮੈਂ ਆਪਣੇ ਦੇਸ਼ ਨੂੰ, ਆਪਣੇ ਸਮਾਜ ਨੂੰ, ਆਪਣੇ ਆਲੇ ਦੁਆਲੇ ਨੂੰ ਸੋਹਣਾ ਕਿਵੇਂ ਬਣਾਵਾਂ। ਕੋਈ ਪਿੰਗਲਾ, ਕੋਈ ਲੋੜਵੰਦ, ਕੋਈ ਅਪਾਹਜ, ਕੋਈ ਨਿਆਸਰਾ ਜਿੱਥੇ ਭਗਤ ਜੀਆਂ ਨੂੰ ਮਿਲਦਾ ਅਤੇ ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਆਪਣੇ ਕੋਲ ਖਾਣ ਨੂੰ ਟੁੱਕ ਨਹੀਂ, ਪਰ ਉਹਦੇ ਲਈ ਟੱਲ ਖੜਕਾ ਕੇ ਮੰਗਣ ਜਾਂਦੇ ਨੇ ਕਿ ਮੈਂ ਇਹਦਾ ਰੋਗ ਦੂਰ ਕਰ ਦੇਵਾਂ। ਇੱਕ ਵਾਰੀ ਡਾਕਟਰ ਮਹਿੰਦਰ ਸਿੰਘ ਪਟਿਆਲਾ ਵਾਲੇ ਬੜੇ ਵਿਦਵਾਨ ਨੇ, ਭਗਤ ਜੀਆਂ ਨੂੰ ਕਹਿਣ ਲੱਗੇ, ਭਗਤ ਜਿਹੜਾ ਤੁਸੀਂ ਆਹ ਸੇਵਾ ਦਾ ਕੰਮ ਆਰੰਭ ਕਰ ਲਿਆ ਨਾ, ਇਹ ਠੀਕ ਨਹੀਂ ਹੈ। ਭਗਤ ਜੀ ਕਹਿੰਦੇ ਕਿਉਂ, ਕੀ ਹੋਇਆ? ਕਹਿੰਦੇ ਇਹ ਕੰਮ ਸਰਕਾਰ ਦਾ ਕੰਮ ਹੈ ਅਤੇ ਕਰੀ ਤੁਸੀਂ ਜਾਂਦੇ ਹੋ। ਜੇ ਇੱਦਾਂ ਕਰੋਗੇ ਸਰਕਾਰਾਂ ਤਾਂ ਅਵੇਸੜੀਆਂ ਹੋ ਕੇ ਸੌਂ ਜਾਣੀਆਂ, ਸੋਸ਼ਲਿਜ਼ਮ ਆਊਗਾ ਹੀ ਨਹੀਂ। ਇਹ ਸਮਾਜਵਾਦ ਨੂੰ ਆਉਣ ਦਿਓ, ਸਰਕਾਰ ਦੇ ਕੰਮ ਨਾ ਕਰੋ, ਸਰਕਾਰ ਨੂੰ ਪਤਾ ਲੱਗੇ ਲੋਕਾਂ ਦੀ ਦੁਰਦਸ਼ਾ ਕੀ ਹੈ। ਭਗਤ ਜੀਆਂ ਦੀ ਦੂਰ ਅੰਦੇਸ਼ਤਾ ਦੇਖੋ। ਅਤੇ ਸਾਡੇ ਵਿਦਵਾਨ ਕਿੱਥੇ ਖੜੋਤੇ ਨੇ? ਭਗਤ ਜੀ ਕੰਮ ਕਰਨ 'ਚ ਵਿਸ਼ਵਾਸ ਕਰਦੇ ਸਨ, ਸਲਾਹਾਂ ਦੇਣ ਵਿੱਚ ਨਹੀਂ। ਅਤੇ ਭਗਤ ਜੀ ਡਾਕਟਰ ਮਹਿੰਦਰ ਸਿੰਘ ਹੋਰਾਂ ਨੂੰ ਕਹਿਣ ਲੱਗੇ, ਤੁਹਾਡੀ ਭੈਣ ਅਪਾਹਜ ਹੋ ਜਾਵੇ, ਤੁਹਾਡੀ ਧੀ ਪਿੰਗਲੀ ਹੋ ਜਾਵੇ ਅਤੇ ਫਿਰ ਸਰਕਾਰ ਦੇ ਸਮਾਜਵਾਦ ਨੂੰ, ਸੋਸ਼ਲਿਜ਼ਮ ਨੂੰ ਉਡੀਕੋਗੇ ਕਿ ਆਪਣੀ ਧੀ ਦਾ ਕੋਈ ਬੰਦੋਬਸਤ ਕਰੋਗੇ, ਉਹਦਾ ਇਲਾਜ ਕਰਾਓਗੇ ਕਿ ਸਰਕਾਰ ਦੇ ਮੂੰਹ ਵੱਲ ਤੱਕੋਗੇ? ਅਤੇ ਡਾਕਟਰ ਸਾਹਿਬ ਮਹਿੰਦਰ ਸਿੰਘ ਦਾ ਸਿਰ ਨੀਵਾਂ ਹੋ ਗਿਆ। ਕਹਿੰਦੇ ਭਗਤ ਜੀ ਤੁਹਾਡੀ ਮਿਹਨਤ, ਤੁਹਾਡੀ ਭਾਵਨਾ ਨੂੰ ਨਮਸਕਾਰ। ਭਗਤ ਜੀ ਕਹਿੰਦੇ ਡਾਕਟਰ ਮਹਿੰਦਰ ਸਿੰਘ, ਇਹ ਸਾਰੀਆਂ ਪਿੰਗਲਾ ਬੀਬੀਆਂ, ਅਪਾਹਜ ਬੀਬੀਆਂ, ਨਿਆਸਰੇ ਬੱਚੇ ਮੈਨੂੰ ਆਪਣੇ ਧੀਆਂ ਪੁੱਤਰ ਜਾਪਦੇ ਨੇ। ਮੈਂ ਕਿਵੇਂ ਇਹਨਾਂ ਨੂੰ ਅਪਾਹਜ ਛੱਡ ਕੇ ਸੋਸ਼ਲਿਜ਼ਮ ਦੀ ਉਡੀਕ ਕਰਦਾ ਰਹਾਂ? ਮੇਰਾ ਫਰਜ਼ ਬਣਦਾ ਮੈਂ ਗੁਰੂ ਨਾਨਕ ਦੇ ਚਰਨਾਂ ਵਿੱਚ ਮਸਤਕ ਰੱਖਿਆ ਅਤੇ ਗੁਰੂ ਨਾਨਕ ਦੀ ਸਿੱਖਿਆ ਕਿ ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਮੈਂ ਸੇਵਾ ਕਰਨੀ ਹੈ, ਇਹ ਗੁਰੂ ਨਾਨਕ ਦੀ ਸਿੱਖਿਆ ਹੈ। ਨਾਗਰਿਕਾਂ ਦਾ ਫਰਜ਼ ਹੁੰਦਾ ਹੈ ਕਿ ਸਰਕਾਰ ਨੂੰ ਸਹਿਯੋਗ ਕਰੋ। ਇਕੱਲੀਆਂ ਸਰਕਾਰਾਂ ਸਮਾਜ ਨੂੰ ਖੁਸ਼ਹਾਲ ਨਹੀਂ ਬਣਾ ਸਕਦੀਆਂ। ਇਹ ਵਿਦਵਾਨ ਕਹਿੰਦੇ ਨੇ ਕਿ ਛੱਡ ਦਿਓ ਕੰਮ ਨੂੰ। ਇਹ ਭਗਤ ਜੀਆਂ ਦੀ ਦੂਰ ਅੰਦੇਸ਼ਤਾ ਹੈ ਕਿ ਜਿੱਥੇ ਵੀ ਕੋਈ ਲੋੜਵੰਦ ਦਿਸਦਾ ਹੈ ਅਤੇ ਉਹਨੂੰ ਸੰਭਾਲਣ ਦਾ ਯਤਨ ਕਰਦੇ ਨੇ। ਸੜਕ 'ਤੇ ਕੋਈ ਕੂੜਾ ਕਰਕਟ ਪਿਆ ਨਜ਼ਰ ਆਉਂਦਾ, ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਨੇ। ਕਹਿੰਦੇ ਨੇ ਲਾਹੌਰ ਦੀਆਂ ਸੜਕਾਂ 2 ਵਾਰੀ ਸਾਫ਼ ਹੋਇਆ ਕਰਦੀਆਂ ਸਨ। ਇੱਕ ਵਾਰ ਜਦੋਂ ਲਾਰਡ ਡਲਹੌਜੀ ਉੱਥੋਂ ਲੰਘਦਾ ਸੀ, ਅਮਲਾ ਸ਼ਾਖਾ ਉਹਨਾਂ ਸੜਕਾਂ ਨੂੰ ਸਾਫ਼ ਕਰਦਾ ਸੀ, ਅਤੇ ਦੂਸਰੀ ਵਾਰੀ ਸੜਕਾਂ ਦੀ ਉੱਦਾਂ ਦੀ ਸਫਾਈ ਭਗਤ ਪੂਰਨ ਸਿੰਘ ਕਰਦੇ ਸਨ। ਜਿੱਥੋਂ ਜੀ ਭਗਤ ਜੀ ਲੰਘਦੇ ਸਨ ਸੜਕਾਂ ਇੰਝ ਸਾਫ਼ ਹੋ ਜਾਂਦੀਆਂ ਸਨ ਜਿਵੇਂ ਕਿਸੇ ਵਾਇਸਰਾਏ ਨੇ ਉੱਥੋਂ ਲੰਘਣਾ ਹੋਵੇ। ਇੰਨੀ ਬਰੀਕੀ ਨਾਲ, ਇੰਨੀ ਸੁੰਦਰਤਾ ਨਾਲ ਸੜਕਾਂ ਦੀ ਸਫਾਈ ਕਰਿਆ ਕਰਦੇ ਸਨ। ਇੱਕ ਸੰਦੇਸ਼ ਦੇਣਾ ਚਾਹੁੰਦੇ ਸਨ ਕਿ ਸਾਡੇ ਸਮਾਜ ਪ੍ਰਤੀ ਕੀ ਕਰਤੱਵ ਨੇ, ਅਸੀਂ ਉਹਨਾਂ ਆਪਣੇ ਕਰਤੱਵਾਂ ਨੂੰ ਸੰਭਾਲੀਏ। ਭਗਤ ਪੂਰਨ ਸਿੰਘ ਹੋਰਾਂ ਦਾ ਜੀਵਨ ਪੈਰ 'ਤੇ ਪ੍ਰੇਰਨਾਮਈ ਹੈ। ਉਹਨਾਂ ਦੀ ਦੂਰ ਅੰਦੇਸ਼ਤਾ, ਹੁਣ ਤਾਂ ਮੈਨੂੰ ਹਰ ਗੱਲ ਵਿੱਚੋਂ ਹੀ ਉਹ ਦੂਰ ਅੰਦੇਸ਼ ਨਜ਼ਰ ਆਉਂਦੇ ਨੇ। ਡਾਕਟਰ ਇੰਦਰਜੀਤ ਕੌਰ ਹੋਰਾਂ ਦਾ ਸੰਪਾਦਕ ਕੀਤੀ ਪੁਸਤਕ ਪਿਆਰ ਦੀਆਂ ਤੰਦਾਂ ਪੜ੍ਹ ਰਿਹਾ ਸਾਂ, ਜਿਸ ਵਿੱਚ ਡਾਕਟਰ ਸਾਹਿਬ ਨੇ ਭਗਤ ਜੀ ਦੀਆਂ ਲਿਖੇ ਹੋਏ ਖਾਤਾਂ ਦੀ ਸਾਂਝ ਸੰਗਤਾਂ ਨਾਲ ਪਾਈ ਹੈ। ਡਾਕਟਰ ਇੰਦਰਜੀਤ ਕੌਰ ਲਿਖਦੇ ਨੇ ਕਿ ਉਹਨਾਂ ਦੇ ਪਿਤਾ ਜੀ ਡਾਕਟਰ ਹਰਬੰਸ ਸਿੰਘ ਅਕਾਲ ਚਲਾਣਾ ਕਰ ਗਏ। ਡਾਕਟਰ ਹਰਬੰਸ ਸਿੰਘ ਕਿੱਤੇ ਵਜੋਂ, ਪੇਸ਼ੇ ਵਜੋਂ ਡਾਕਟਰ ਸਨ। ਸੰਗਰੂਰ ਦੇ ਵਿੱਚ ਆਪਣਾ ਕਲੀਨਿਕ ਸੀ। ਬੜੇ ਹੀ ਦਇਆ ਨਾਲ ਭਰਿਆ ਹੋਇਆ ਉਹਨਾਂ ਦਾ ਹਿਰਦਾ। ਲੋੜਵੰਦ ਆਉਣੇ, ਮਰੀਜ਼ ਆਉਣੇ, ਦਰਬਾਰ ਸਦਾ ਖੁੱਲ੍ਹਾ ਰਹਿਣਾ, ਤਾਂਤਾ ਲੱਗਿਆ ਰਹਿਣਾ ਮਰੀਜ਼ਾਂ ਦਾ, ਉਹਨਾਂ ਦੀ ਮੁਫਤ ਹੀ ਇਲਾਜ ਕਰਨਾ, ਪੱਲਿਓਂ ਦਵਾਈਆਂ ਦੇਣੀਆਂ। ਬੜਾ ਪਿਆਰ ਭਿੱਜਿਆ ਜੀਵਨ ਡਾਕਟਰ ਹਰਬੰਸ ਸਿੰਘ ਹੋਰਾਂ ਦਾ। ਸਚਿਆਰ ਮਨੁੱਖ ਸਨ।
ਡਾਕਟਰ ਸਾਹਿਬ ਲਿਖਦੇ ਨੇ, ਡਾਕਟਰ ਇੰਦਰਜੀਤ ਕੌਰ ਨੇ ਕਲਮਬੰਦ ਕੀਤਾ ਕਿ ਪਿਤਾ ਜੀ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਭੋਗ ਸੀ। ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਭਗਤ ਜੀ ਵੀ ਸੰਗਰੂਰ ਪਹੁੰਚੇ। ਅਰਦਾਸ ਵਿੱਚ ਸ਼ਾਮਲ ਹੋਣ ਤੋਂ ਉਪਰੰਤ ਜਦੋਂ ਉਹਨਾਂ ਨੇ ਵਾਪਸ ਅੰਮ੍ਰਿਤਸਰ ਜਾਣਾ ਸੀ ਤਾਂ ਡਾਕਟਰ ਇੰਦਰਜੀਤ ਕੌਰ ਜੀ ਲਿਖਦੇ ਨੇ ਕਿ ਮੈਂ ਰਿਕਸ਼ੇ ਵਿੱਚ ਬਿਠਾ ਕੇ ਉਹਨਾਂ ਨੂੰ ਰੇਲਵੇ ਸਟੇਸ਼ਨ ਤੱਕ ਛੱਡਣ ਗਈ। ਤੇ ਰਸਤੇ ਵਿੱਚ ਕੀ ਹੋਇਆ ਕਿ ਰੇਲਵੇ ਸਟੇਸ਼ਨ ਨੂੰ ਜਾ ਰਹੇ ਨੇ, ਭਗਤ ਜੀ ਦੀ ਨਿਗਾਹ ਸੜਕ ਦੇ ਇੱਕ ਨੁੱਕਰੇ ਦੂਰ ਪਏ ਇੱਕ ਕਿੱਲ ਤੇ ਪੈ ਗਈ। ਤੇ ਰਿਕਸ਼ਾ ਵਾਲੇ ਨੂੰ ਰੋਕ ਲਿਆ ਕਿ ਰੋਕ ਰਿਕਸ਼ਾ। ਤੇ ਬੀਜੀ ਕਹਿੰਦੇ ਨੇ ਮੈਂ ਪੁੱਛਿਆ ਕਿ ਕੀ ਗੱਲ, ਰਿਕਸ਼ਾ ਕਿਉਂ ਰੋਕ ਰਹੇ ਹੋ? ਕਹਿੰਦੇ ਉਹ ਕਿੱਲ ਪਿਆ। ਤੇ ਕਹਿੰਦੇ ਮੈਂ ਭਗਤ ਜੀ ਨੂੰ ਕਿਹਾ ਕਿ ਤੁਹਾਡੀ ਗੱਡੀ ਦਾ ਵਕਤ ਹੋ ਰਿਹਾ, ਤੁਸੀਂ ਜਾ ਕੇ ਅੰਮ੍ਰਿਤਸਰ ਕਿੰਨੇ ਮਰੀਜ਼ਾਂ ਦੀ ਸੇਵਾ ਕਰਨੀ ਹੈ, ਉਹ ਕਿੰਨੇ ਦਿਨਾਂ ਤੋਂ ਤੁਹਾਡੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ, ਤੁਹਾਡੀਆਂ ਕਿੰਨੀਆਂ ਜ਼ਿੰਮੇਵਾਰੀਆਂ ਨੇ, ਜੇ ਗੱਡੀ ਲੰਘ ਗਈ ਤੁਸੀਂ ਬਹੁਤ ਲੇਟ ਹੋ ਜਾਓਗੇ, ਤੁਸੀਂ ਰਿਕਸ਼ਾ ਨਾ ਰੋਕੋ, ਗੱਡੀ ਚੜ੍ਹ ਜਾਓ। ਤੇ ਭਗਤ ਜੀ ਬੀਜੀ ਨੂੰ ਕਹਿ ਰਹੇ ਨੇ, ਬੀਜੀ ਨੇ ਆਪਣੇ ਕਲਮਾਂ ਨਾਲ ਅੰਕਿਤ ਕੀਤਾ ਕਿ ਭਗਤ ਜੀ ਬਾਰ-ਬਾਰ ਉਸ ਰਿਕਸ਼ਾ ਅੱਗੇ ਤੁਰਿਆ ਜਾ ਰਿਹਾ ਸੀ ਤੇ ਭਗਤ ਜੀ ਬਾਰ-ਬਾਰ ਕਿੱਲ ਵੱਲ ਵੇਖ ਰਹੇ ਸਨ ਤੇ ਇੰਦਰਜੀਤ ਕੌਰ ਨੂੰ ਕਹਿ ਰਹੇ ਸਨ ਕਿ ਇੰਦਰਜੀਤ ਕੌਰੇ ਜਾਂਦੀ ਵੀ ਇਸ ਕਿੱਲ ਨੂੰ ਚੱਕ ਜਾਈ, ਨਹੀਂ ਤਾਂ ਇਹ ਕਿੱਲ ਅੰਮ੍ਰਿਤਸਰ ਤੱਕ ਜਾਂਦਿਆਂ ਮੇਰੇ ਚੁਭੀ ਜਾਣਾ ਹੈ। ਕਿੰਨੀ ਦੂਰ ਅੰਦੇਸ਼ਤਾ। ਅਸੀਂ ਆਪਣੇ ਘਰਾਂ ਵਿੱਚ ਵੇਖਦੇ ਹਾਂ ਕਿ ਸਾਡੇ ਬਿਸਤਰੇ ਤੇ ਗੰਦ ਪਿਆ, ਅਸੀਂ ਉੱਥੋਂ ਨਹੀਂ ਚੱਕਦੇ। ਭਗਤ ਜੀ ਨੂੰ ਸੜਕ ਦੇ ਉੱਤੇ ਤੁਰਿਆ ਜਾਂਦਾ ਦੂਰ ਪਿਆ ਕਿੱਲ ਵੀ ਚੁੱਭਦਾ, ਮਤਾਂ ਕਿਸੇ ਦੇ ਪੈਰ ਵਿੱਚ ਚੁੱਭ ਗਿਆ, ਕਿਸੇ ਨੂੰ ਟੈਟਨਸ ਹੋ ਗਿਆ, ਕਿਸੇ ਨੂੰ ਸੀੜ ਦੀ ਕੋਈ ਸਮੱਸਿਆ ਹੋ ਗਈ, ਕੋਈ ਦੁਰਘਟਨਾ ਨਾ ਹੋ ਜਾਵੇ, ਮਤਾਂ ਇਤਨਾ ਖਿਆਲ, ਇਤਨੀ ਦੂਰ ਅੰਦੇਸ਼ਤਾ ਕਿੱਥੋਂ ਲਿਆਵਾਂਗੇ? ਇਹੋ ਜਿਹੇ ਪੁਰਖ ਹੈਣ ਵਿਰਲੇ ਨਾਹੀਂ ਘਣੇ, ਫੈਲ ਫਕੜ ਸੰਸਾਰ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਭਗਤ ਜੀਆਂ ਦੀਆਂ ਗਾਥਾਵਾਂ, ਭਗਤ ਜੀ ਦੀਆਂ ਗਾਥਾਵਾਂ ਸਰਵਣ ਕਰਨ ਦਾ ਮੰਤਵ ਪ੍ਰਯੋਜਨ ਇਹੀ ਹੈ ਕਿ ਸਾਡੇ ਅੰਦਰ ਵੀ ਭਗਤ ਜੀ ਵਾਲੇ ਗੁਣ ਪ੍ਰਵੱਲ ਹੋਣ, ਅਸੀਂ ਆਪਣਾ ਆਲਾ ਦੁਆਲਾ ਸਾਫ ਸੁਥਰਾ ਕਰੀਏ ਔਰ ਸਮਾਜ ਨੂੰ ਖੁਸ਼ਹਾਲ ਕਰੀਏ। ਭਗਤ ਜੀਆਂ ਦਾ ਇੱਕ ਹੋਰ ਦੂਰ ਅੰਦੇਸ਼ਤਾ ਵਾਤਾਵਰਨ ਤੇ ਕੁਦਰਤ ਦੀ ਸੰਭਾਲ ਬਾਰੇ ਮੈਂ ਬਹੁਤੀ ਗੱਲ ਕੀ ਕਰਾਂ, ਸਮੁੱਚਾ ਜਗਤ ਜਾਣਦਾ ਹੈ ਕਿ ਭਗਤ ਜੀਆਂ ਨੇ ਵਾਤਾਵਰਨ ਤੇ ਕੁਦਰਤ ਦੀ ਸੰਭਾਲ ਲਈ ਜਿਹੜਾ ਨਗਾਰੇ ਦੀ ਚੋਟ ਦੇ ਉੱਤੇ ਲੋਕਾਂ ਨੂੰ ਜਗਾਇਆ 20ਵੀਂ ਸਦੀ ਦੇ ਪਹਿਲੇ ਦਹਾਕਿਆਂ ਦੇ ਵਿੱਚ, ਜਦੋਂ ਕਿ ਅਜੇ ਪ੍ਰਦੂਸ਼ਣ ਨਾਮ ਦੀ ਕੋਈ ਬਹੁਤੀ ਚੀਜ਼ ਨਹੀਂ ਸੀ। ਕਿਸ ਤਰ੍ਹਾਂ ਲੋਕਾਂ ਨੂੰ ਆਗਾਹ ਕੀਤਾ ਭਗਤ ਜੀ ਨੇ ਕਿ ਭਾਈ ਆਪਣਾ ਪਾਣੀ ਸੰਭਾਲੋ, ਆਪਣੀ ਹਵਾ ਸੰਭਾਲੋ, ਦਰਖਤ ਲਾਓ, ਬੇਲੋੜੀਆਂ ਮੋਟਰ ਕਾਰਾਂ ਨਾ ਵਰਤੋ। ਹਾਲਾਂਕਿ ਭਗਤ ਜੀ ਲਿਖਦੇ ਨੇ ਉਸ ਵਕਤ ਬਹੁਤੀਆਂ ਮੋਟਰ ਕਾਰਾਂ ਹੋਇਆ ਹੀ ਨਹੀਂ ਕਰਦੀਆਂ ਸਨ, ਪਰ ਉਸ ਵਕਤ ਵੀ ਆਗਾਹ ਕਰਦੇ ਸਨ ਕਿ ਵਾਤਾਵਰਨ ਨੂੰ ਭਾਈ ਖਰਾਬ ਕਰ ਲਵੋਗੇ, ਹੱਥਾਂ ਦੇ ਬਣੇ ਹੋਏ ਸਮਾਨ ਨੂੰ ਵਰਤੋ, ਕਿਰਤੀ ਬਣੋ, ਬੇਲੋੜੀਆਂ ਬਾਜ਼ਾਰ ਦੀਆਂ ਬਣੀਆਂ ਹੋਈਆਂ ਵਸਤਾਂ ਦਾ ਸੇਵਨ ਨਾ ਕਰੋ, ਰੰਗ ਬਿਰੰਗੇ ਰੰਗ ਘੋਲ ਕੇ ਤਿਆਰ ਕੀਤੇ ਹੋਏ ਸ਼ਰਬਤ ਨਾ ਪੀਓ, ਲੱਸੀ ਪੀਓ, ਘਰ ਦੇ ਪੌਸ਼ਟਿਕ ਭੋਜਨ ਨੂੰ ਖਾਓ। ਇਹ ਗੱਲਾਂ ਦਾ ਹੋਕਾ ਭਗਤ ਜੀਆਂ ਨੇ ਉਹ ਕਿਸ ਦਰਦ ਨਾਲ ਦਿੱਤਾ, ਕਿਸ ਤਰ੍ਹਾਂ ਲਿਟਰੇਚਰ ਛਾਪ ਕੇ ਵੰਡਿਆ, ਬਾਹਾਂ ਉਲਾਰ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਹ ਭਗਤ ਜੀ ਦੀ ਦੂਰ ਅੰਦੇਸ਼ਤਾ ਸੀ। ਅੱਜ ਅਸੀਂ ਦੇਖਦੇ ਹਾਂ ਕਿ ਪ੍ਰਦੂਸ਼ਣ ਨੇ ਕੀ ਹਾਲ ਕੀਤਾ ਤੇ ਅੱਜ ਸਾਡੇ ਸਾਹਮਣੇ ਕਿਹੜੀਆਂ ਵਾਤਾਵਰਨ ਦੀਆਂ ਸਮੱਸਿਆਵਾਂ ਨੇ। ਵੱਡੀਆਂ ਖੋਜ ਅਦਾਰੇ ਇਹਦੇ ਉੱਤੇ ਲੱਗੇ ਹੋਏ ਨੇ। ਜੇ ਕਿਤੇ ਭਗਤ ਜੀਆਂ ਦੇ ਉਹਨਾਂ ਸੰਦੇਸ਼ਾਂ ਨੂੰ ਅਸੀਂ ਸੁਣਿਆ ਤੇ ਮੰਨਿਆ ਹੁੰਦਾ ਤਾਂ ਸਾਡੇ ਅੱਜ ਵਾਤਾਵਰਨ ਦਾ ਇਹ ਪ੍ਰਦੂਸ਼ਣ ਨਾ ਹੁੰਦਾ। ਇੱਕ ਹੋਰ ਗੱਲ, ਜਿਹੜੀਆਂ ਅਸੀਂ ਭਗਤ ਦੀਆਂ ਤਸਵੀਰਾਂ ਵੇਖ ਰਹੇ ਹੋ ਨਾ, ਭਗਤ ਜੀਆਂ ਦੀ ਦੂਰ ਅੰਦੇਸ਼ਤਾ ਦੇਖੋ ਕਿ ਭਗਤ ਜੀਆਂ ਨੇ ਆਪਣੀ ਜ਼ਿੰਦਗੀ ਵਿੱਚ ਆਪਣੀ ਫੋਟੋ ਖਿਚਾਉਣ ਲਈ ਇੱਕੋ ਹੀ ਫੋਟੋਗ੍ਰਾਫਰ ਚੁਣਿਆ, ਕਿਉਂਕਿ ਉਹ ਜਾਣਦੇ ਸਨ ਮੇਰੇ ਕੋਲੇ ਫੋਟੋਆਂ ਸੰਭਾਲਣ ਦਾ ਵਕਤ ਕਿੱਥੇ ਹੈ। ਤੇ ਫੋਟੋਗ੍ਰਾਫਰ ਵੀ ਉਹਨਾਂ ਨੇ ਬਲੈਕ ਐਂਡ ਵਾਈਟ ਫੋਟੋ ਖਿੱਚਣ ਵਾਲਾ ਚੁਣਿਆ ਤੇ ਉਹਨੂੰ ਇਹ ਇਨਸਟਰਕਸ਼ਨ ਦਿੱਤੀਆਂ, ਇਹ ਹਦਾਇਤ ਕੀਤੀ ਕਿ ਫੋਟੋ ਤੁਸੀਂ ਬਲੈਕ ਐਂਡ ਵਾਈਟ ਹੀ ਖਿੱਚਣੀ ਹੈ, ਕਿਉਂਕਿ ਭਗਤ ਜੀ ਨੂੰ ਇਹ ਗੱਲ ਕਿਤੋਂ ਸੁਣਨ ਨੂੰ ਮਿਲੀ ਸੀ ਕਿ ਜਿਹੜੀਆਂ ਬਲੈਕ ਐਂਡ ਵਾਈਟ ਫੋਟੋਆਂ ਨੇ ਉਹਨਾਂ ਦੀ ਉਮਰ ਜ਼ਿਆਦਾ ਹੁੰਦੀ ਹੈ। ਇਹ ਜਿੰਨੀਆਂ ਫੋਟੋਆਂ ਤੁਸੀਂ ਵੇਖਦੇ ਹੋ ਭਗਤ ਜੀਆਂ ਨੇ ਤਾਂ ਆਪਣਾ ਇੱਕ ਬਸਤਾ ਵੀ ਨਹੀਂ ਸੰਭਾਲਿਆ। ਅੱਜ ਪਿੰਗਲਵਾੜੇ ਕੋਲੇ ਕੋਈ ਇਹੋ ਜਿਹਾ ਬਸਤਾ ਨਹੀਂ, ਇਹੋ ਜਿਹੀ ਅਲਮਾਰੀ ਨਹੀਂ, ਇਹੋ ਜਿਹਾ ਟਰੰਕ ਨਹੀਂ, ਇਹੋ ਜਿਹਾ ਕਮਰਾ ਨਹੀਂ ਜਿਹਨੂੰ ਕਹਿ ਸਕਦੇ ਹੋਣ ਕਿ ਨਿਸ਼ਾਨੀ ਵਜੋਂ ਕਿ ਆਹ ਭਗਤ ਜੀਆਂ ਦਾ ਹੈ। ਭਗਤ ਜੀਆਂ ਦੇ ਪਾਉਣ ਨੂੰ ਵਸਤਰ ਨਹੀਂ, ਪੈਰਾਂ 'ਚ ਜੋੜਾ ਨਹੀਂ। ਭਗਤ ਜੀਆਂ ਨੂੰ ਯਾਦ ਕਰਦਿਆਂ ਸੀਸ ਨਿਮਦਾ ਕਿ ਇਤਨੀ ਕੁਰਬਾਨੀ, ਇਤਨੀ ਵੀ ਲਾਲਸਾ ਨਹੀਂ ਕਿ ਮੇਰਾ ਕੋਈ ਕਮਰਾ ਹੀ ਹੋਵੇ, ਇਤਨੀ ਵੀ ਲਾਲਸਾ ਨਹੀਂ ਕਿ ਮੈਨੂੰ ਆਪਣਾ ਸਮਾਨ ਰੱਖਣ ਲਈ ਕੋਈ ਕਹਿਣ ਨੂੰ ਅਲਮਾਰੀ ਹੀ ਹੋਵੇ। ਤੇ ਭਗਤ ਜੀ ਨੂੰ ਪਤਾ ਸੀ ਮੈਂ ਆਪਣੀਆਂ ਫੋਟੋਆਂ ਕਿੱਥੋਂ ਸੰਭਾਲ ਲੈਣੀਆਂ ਨੇ, ਪਰ ਭਗਤ ਜੀ ਨੂੰ ਇਹ ਵੀ ਪਤਾ ਸੀ
ਕਿ ਇਹ ਫੋਟੋਆਂ ਨੇ ਆਉਣ ਵਾਲੇ ਸਮੇਂ 'ਚ ਨੌਜਵਾਨਾਂ ਨੂੰ ਪ੍ਰੇਰਨਾ ਦੇਣੀ ਹੈ, ਉਤਸ਼ਾਹ ਦੇਣੀ ਹੈ। ਇੱਕ ਹੀ ਫੋਟੋਗ੍ਰਾਫਰ ਦੀ ਜ਼ਿੰਮੇਵਾਰੀ ਲਗਾ ਦਿੱਤੀ, ਜਿਹੜੀਆਂ ਫੋਟੋਆਂ ਬਾਅਦ ਵਿੱਚ ਲੰਮੇ ਸਮੇਂ ਬਾਅਦ ਪਿੰਗਲਵਾੜੇ ਨੂੰ ਪ੍ਰਾਪਤ ਹੋਈਆਂ ਅਤੇ ਅੱਜ ਅਸੀਂ ਪਿੰਗਲਵਾੜੇ ਦੇ ਅਜਾਇਬ ਘਰ ਵਿੱਚ ਭਗਤ ਜੀਆਂ ਦੀਆਂ ਉਹਨਾਂ ਫੋਟੋਆਂ ਦੇ ਦਰਸ਼ਨ ਕਰ ਸਕਦੇ ਹਾਂ। ਸੋ ਭਗਤ ਜੀਆਂ ਦੀ ਕੱਲੀ ਕੱਲੀ ਗੱਲ ਵਿੱਚ ਦੂਰਦਰਸ਼ਤਾ ਹੈ, ਦੂਰ ਅੰਦੇਸ਼ ਨੇ। ਸਮਾਂ ਹੈ ਨਹੀਂ, ਕੰਮ ਵੱਡੇ ਕਰਨੇ ਚਾਹੁੰਦੇ ਨੇ, ਪਰ ਇਤਨੀ ਵਿਉਂਤਬੰਦੀ ਨਾਲ ਉਹਨਾਂ ਨੇ ਕੰਮ ਕੀਤਾ ਕਿ ਅੱਜ ਪਿੰਗਲਵਾੜਾ ਨਿਆਸਰਿਆਂ ਦਾ ਆਸਰਾ ਇੱਕ ਇਹੋ ਜਿਹਾ ਘਰ ਬਣਿਆ ਹੋਇਆ ਹੈ ਅਤੇ ਸਮੁੱਚੀ ਮਨੁੱਖਤਾ ਨੂੰ ਸੇਧ ਪ੍ਰਦਾਨ ਕਰਦਾ ਹੈ। ਅਤੇ ਜੇ ਅਸੀਂ ਇਹ ਗੱਲ ਕਹੀਏ ਤਾਂ ਇਹ ਕੋਈ ਅੱਤਕਥਨੀ ਨਹੀਂ, ਪਿੰਗਲਵਾੜਾ ਗੁਰੂ ਗ੍ਰੰਥ ਸਾਹਿਬ ਦੀ ਲੈਬੋਰਟਰੀ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਮਲੀ ਰੂਪ ਵਿੱਚ ਅਸੀਂ ਹੁੰਦਿਆਂ ਵੇਖ ਸਕਦੇ ਹਾਂ ਅਤੇ ਸਿੱਖ ਸਕਦੇ ਹਾਂ। ਭਗਤ ਜੀ ਆਪ ਭਾਵੇਂ 10 ਜਮਾਤਾਂ ਵੀ ਪਾਸ ਨਹੀਂ ਕਰ ਸਕੇ, ਪਰ ਭਗਤ ਜੀ ਨੇ ਇੰਨਾ ਪੜ੍ਹਿਆ ਦੁਨੀਆ ਦੇ ਫਿਲਾਸਫਰਾਂ ਨੂੰ, ਦੁਨੀਆ ਦੇ ਵਿਦਵਾਨਾਂ ਨੂੰ, ਕਿ ਅੱਜ ਭਗਤ ਜੀਆਂ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ PhD ਕਰ ਰਹੇ ਨੇ। ਉਹ ਵਿਦਿਆਰਥੀ ਜਿਹਨੇ ਆਪ 10ਵੀਂ ਦਾ ਇਮਤਿਹਾਨ ਪਾਸ ਨਹੀਂ ਕੀਤਾ, ਜਦ ਸਕੂਲਾਂ ਕਾਲਜਾਂ ਵਿੱਚ ਬਾਹਾਂ ਉਲਾਰ ਕੇ ਨੌਜਵਾਨਾਂ ਨੂੰ ਜਗਾਉਂਦਾ ਸੀ, ਤਾਂ ਵੱਡੀਆਂ ਵੱਡੀਆਂ ਡਿਗਰੀਆਂ ਹਾਸਲ ਕੀਤੇ ਹੋਏ ਵਾਈਸ ਚਾਂਸਲਰ, ਪ੍ਰੋਫੈਸਰ, ਵਿਦਵਾਨ ਬੈਠ ਕੇ ਘੰਟਿਆਂ ਬੱਧੀ ਭਗਤ ਜੀਆਂ ਨੂੰ ਸੁਣਦੇ ਸੀ। ਇੱਦਾਂ ਹੀ ਗਿਆਨੀ ਜੈਲ ਸਿੰਘ ਹੋਰੀ ਬਤੌਰ ਰਾਸ਼ਟਰਪਤੀ ਇੱਕ ਵਾਰ ਭਗਤ ਜੀਆਂ ਨੂੰ ਮਿਲੇ। ਭਗਤ ਜੀਆਂ ਨੂੰ ਪ੍ਰਧਾਨ ਮੰਤਰੀ ਮਿਲਦਾ ਸੀ, ਭਗਤ ਜੀਆਂ ਨੂੰ ਮੁੱਖ ਮੰਤਰੀ ਮਿਲਦਾ ਸੀ, ਭਗਤ ਜੀਆਂ ਨੂੰ ਵੱਡੇ ਵੱਡੇ ਵਿਦਵਾਨ ਮਿਲਦੇ ਸਨ। ਤਾਂ ਉਹ 10ਵੀਂ ਦਾ ਇਮਤਿਹਾਨ ਪਾਸ ਨਾ ਕਰ ਸਕਣ ਵਾਲਾ ਵਿਦਿਆਰਥੀ ਇਤਨਾ ਕਾਬਲ ਸੀ ਕਿ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਦੱਸਿਆ ਕਰਦਾ ਸੀ ਕਿ ਤੁਸੀਂ ਸਮਾਜ ਨੂੰ ਇਸ ਤਰ੍ਹਾਂ ਖੁਸ਼ਹਾਲ ਬਣਾ ਸਕਦੇ ਹੋ। ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਜਾਣੂ ਕਰਾਇਆ ਕਰਦਾ ਸੀ ਕਿ ਬਤੌਰ ਸਰਕਾਰੀ ਨੁਮਾਇੰਦੇ ਵਜੋਂ ਤੁਹਾਡੇ ਕੋਲ ਆਹ ਅਧਿਕਾਰ ਨੇ, ਆਹ ਤਾਕਤਾਂ ਨੇ, ਇਹਨਾਂ ਤਾਕਤਾਂ ਦੀ ਵਰਤੋਂ ਇੰਜ ਕਰੋ ਤਾਂ ਕਿ ਸਮਾਜ ਖੁਸ਼ਹਾਲ ਬਣ ਜਾਵੇ। ਤੁਸੀਂ ਦੇਖ ਰਹੇ ਹੋ ਕਿ ਗਿਆਨੀ ਜੈਲ ਸਿੰਘ ਕਿਸ ਤਰ੍ਹਾਂ ਨੀਝ ਲਾ ਕੇ ਇੱਕ ਕਾਗਜ਼ ਦੇ ਟੁਕੜੇ ਉੱਤੇ ਭਗਤ ਜੀ ਕੋਲੋਂ ਲਿਖ ਕੇ ਨੋਟਸ ਲੈ ਰਹੇ ਨੇ ਕਿ ਦੇਸ਼ ਨੂੰ ਸੁਚੱਜਾ ਬਣਾਉਣ ਲਈ ਉਹਨਾਂ ਦੀਆਂ ਕੀ ਜ਼ਿੰਮੇਵਾਰੀਆਂ ਨੇ। ਇਤਨੇ ਗਹਿਰ ਗੰਭੀਰ ਸਨ ਕਿ ਕਿੱਡਾ ਵੱਡਾ ਨੁਮਾਇੰਦਾ ਚੁਣਿਆ ਹੋਇਆ ਸਰਕਾਰ ਦਾ ਉਹਨਾਂ ਦੇ ਕੋਲੇ ਆ ਜਾਵੇ ਤਾਂ ਉਹਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਸਨ ਕਿ ਤੇਰੇ ਫਰਜ਼ ਕਿੰਨੇ ਤੇ ਤੂੰ ਕਰ ਕੀ ਰਿਹਾ ਹੈ। 1984 ਈਸਵੀ ਨੂੰ ਭਾਰਤ ਦੀਆਂ ਫੌਜਾਂ ਨੇ ਮਨੁੱਖਤਾ ਦੇ ਵਿੱਚ 8 ਪਹਿਰ ਪਿਆਰ ਦਾ ਸੁਨੇਹਾ ਵੰਡਣ ਵਾਲੇ ਰੱਬ ਦੇ ਘਰ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਟੈਂਕਾਂ, ਤੋਪਾਂ ਦੇ ਨਾਲ ਜਦੋਂ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ, ਤਾਂ ਭਗਤ ਜੀਆਂ ਦੀ ਦੂਰ ਅੰਦੇਸ਼ਤਾ, ਭਗਤ ਜੀਆਂ ਨੇ ਉਸ ਕਾਂਡ ਨੂੰ ਬਹੁਤ ਨੇੜਿਓਂ ਦੇਖਿਆ। ਉਸ ਵਕਤ ਉਹ ਅੰਮ੍ਰਿਤਸਰ ਵਿੱਚ ਹੀ ਸਨ। ਉਸ ਵਕਤ ਦੇ ਹਾਲਾਤ ਦੀ ਬੜੀ ਸਹਿਜ ਨਾਲ, ਬੜੇ ਸਬਰ ਨਾਲ ਛਾਣਬੀਣ ਕੀਤੀ। ਜੂਨ 1984 ਦੇ ਪਹਿਲੇ ਹਫ਼ਤੇ ਇਹ ਸਾਕਾ ਨੀਲਾ ਤਾਰਾ ਦਾ ਇਹ ਘਟਨਾਕ੍ਰਮ ਵਾਪਰਦਾ ਹੈ। ਤਾਂ ਭਗਤ ਜੀ ਲਗਭਗ 3 ਮਹੀਨੇ ਉਹਨਾਂ ਘਟਨਾਵਾਂ ਨੂੰ ਨੇੜਿਓਂ ਵੇਖਦੇ ਰਹੇ ਅਤੇ ਆਖਰ 9 ਸਤੰਬਰ 1984 ਨੂੰ ਇੱਕ ਖੱਤ ਭਾਰਤ ਦੇ ਰਾਸ਼ਟਰਪਤੀ ਨੂੰ ਲਿਖਦੇ ਨੇ। ਮੈਂ ਸਮਝਦਾ ਬਿਲਕੁਲ ਨਿਰਪੱਖ ਦਸਤਾਵੇਜ਼ ਜੇ ਉਸ ਘਟਨਾਕ੍ਰਮ ਦਾ ਕੋਈ ਦੇਖਣਾ ਹੋਵੇ ਤਾਂ ਭਗਤ ਜੀ ਦਾ ਰਾਸ਼ਟਰਪਤੀ ਨੂੰ ਲਿਖਿਆ ਹੋਇਆ ਖੱਤ ਹੋ ਸਕਦਾ ਹੈ, ਕਿਉਂਕਿ ਭਗਤ ਜੀ ਕੋਈ ਰਾਜਸੀ ਵਿਅਕਤੀ ਨਹੀਂ ਸਨ। ਭਗਤ ਜੀ ਦਾ ਕਿਸੇ ਦੇ ਨਾਲ ਕੋਈ ਦੁਸ਼ਮਣੀ, ਵੈਰ ਵਿਰੋਧ ਨਹੀਂ ਸੀ, ਨਾ ਹੀ ਉਹ ਕਿਸੇ ਧਿਰ ਦਾ ਹਿੱਸਾ ਸਨ। ਉਹ ਬਿਲਕੁਲ ਇੱਕ ਨਿਸ਼ਕਾਮ ਰੱਬ ਦੇ ਭਗਤ ਤੇ ਸਮਾਜ ਦੇ ਸੇਵਕ ਸਨ। ਉਸ ਘਟਨਾਕ੍ਰਮ ਨੂੰ ਭਗਤ ਜੀ ਨੇ ਜਿਵੇਂ ਜਿਵੇਂ ਆਪਣੀਆਂ ਅੱਖਾਂ ਨਾਲ ਵੇਖਿਆ, ਭਗਤ ਜੀ ਦੇ ਲਿਖੇ ਹੋਏ ਉਹ ਖੱਤ 9 ਸਤੰਬਰ 1984 ਨੂੰ ਭਾਰਤ ਦੇ ਰਾਸ਼ਟਰਪਤੀ ਨੂੰ ਲਿਖਿਆ ਹੋਇਆ ਖੱਤ ਉਸ ਘਟਨਾਕ੍ਰਮ ਦਾ ਪੂਰਾ ਨਕਸ਼ਾ ਖੋਲ੍ਹ ਕੇ ਸਾਡੀਆਂ ਅੱਖਾਂ ਦੇ ਸਾਹਮਣੇ ਰੱਖ ਦਿੰਦਾ ਹੈ ਅਤੇ ਇੱਕ ਬਹੁਤ ਹੀ ਪਵਿੱਤਰ ਅਤੇ ਬਿਲਕੁਲ ਸੱਚਾ ਸੁੱਚਾ ਉਹ ਦਸਤਾਵੇਜ਼ ਹੈ, ਜਿਸ ਵਿੱਚ ਭਗਤ ਜੀਆਂ ਨੇ ਭਾਰਤ ਸਰਕਾਰ ਵੱਲੋਂ ਦਿੱਤਾ ਹੋਇਆ ਪਦਮ ਸ਼੍ਰੀ ਦਾ ਸਨਮਾਨ ਵੀ ਵਾਪਸ ਕਰ ਦਿੱਤਾ। ਪਦਮ ਸ਼੍ਰੀ ਦਾ ਸਨਮਾਨ ਭਗਤ ਜੀਆਂ ਨੇ ਭਾਰਤ ਸਰਕਾਰ ਨੂੰ ਮੋੜ ਕੇ ਆਪਣਾ ਦਰਦ ਜ਼ਾਹਰ ਕੀਤਾ ਔਰ ਇਹ ਸੁਨੇਹਾ ਦੇ ਦਿੱਤਾ ਕਿ ਭਗਤ ਕਿਸੇ ਸਨਮਾਨ ਦਾ ਭੁੱਖਾ ਨਹੀਂ ਹੈ, ਭਗਤ ਪਰਮਾਤਮਾ ਦੇ ਦਰ ਦਾ ਭਿਖਾਰੀ ਅਤੇ ਮਨੁੱਖਤਾ ਉੱਤੇ ਹੋਇਆ ਇਹ ਅਤਿਆਚਾਰ ਭਗਤ ਬਰਦਾਸ਼ਤ ਨਹੀਂ ਕਰ ਸਕਦਾ। ਸਰਕਾਰ ਨੇ ਅਕਾਲ ਤਖਤ ਨੂੰ ਮੁੜ ਸਿਰਜਣ ਦਾ ਨਿਰਣਾ ਲਿਆ ਕਿ ਸਰਦਾਰ ਬੂਟਾ ਸਿੰਘ ਜਿਹੜੇ ਉਸ ਵਕਤ ਗ੍ਰਹਿ ਮੰਤਰੀ ਸਨ, ਭਾਰਤ ਸਰਕਾਰ ਨੇ ਉਹਨਾਂ ਦੀ ਜ਼ਿੰਮੇਵਾਰੀ ਲਗਾਈ ਕਿ ਕਿਸੇ ਬੜੇ ਮਾਣ ਸਨਮਾਨ ਵਾਲੇ ਸਿੱਖ ਨੂੰ ਅੱਗੇ ਲਾ ਕੇ ਉਹਦੀ ਅਗਵਾਈ ਵਿੱਚ ਅਕਾਲ ਤਖਤ ਸਾਹਿਬ ਦੀ ਮੁੜ ਉਸਾਰੀ ਕੀਤੀ ਜਾਵੇ। ਸਰਦਾਰ ਬੂਟਾ ਸਿੰਘ ਬਿਨਾਂ ਅਮਲੇ ਸਾਖੇ ਤੋਂ ਗੁਪਤ ਤੌਰ 'ਤੇ ਅੰਮ੍ਰਿਤਸਰ ਪਹੁੰਚੇ ਅਤੇ ਅੰਮ੍ਰਿਤਸਰ ਪਹੁੰਚ ਕੇ ਸਭ ਤੋਂ ਪਹਿਲਾਂ ਰੇਲ ਗੱਡੀ ਤੋਂ ਉਤਰਦਿਆਂ ਪਿੰਗਲਵਾੜੇ ਆਏ ਅਤੇ ਭਗਤ ਪੂਰਨ ਸਿੰਘਾਂ ਕੋਲ ਆ ਕੇ ਭਗਤ ਜੀ ਨੂੰ ਕਹਿਣ ਲੱਗੇ ਕਿ ਮੈਨੂੰ ਬੀਬੀ ਜੀ ਨੇ ਦਿੱਲੀ ਤੋਂ ਭੇਜਿਆ ਹੈ।
ਮੈਂ ਖਾਸ ਸੰਦੇਸ਼ ਲੈ ਕੇ ਆਇਆ। ਹੁਣ ਭਗਤ ਜੀ ਦੀ ਦੂਰ ਅੰਦੇਸ਼ਤਾ ਦੇਖੋ, ਭਗਤ ਜੀ ਜਾਣਦੇ ਨੇ ਕਿ ਹੁਣ ਕੀ ਹੋਵੇਗਾ। ਭਗਤ ਜੀ ਦੇ ਖੱਤ ਵਿੱਚ ਇਹ ਜਾਨ ਸੀ ਕਿ ਉਹ ਇੱਕ ਵਾਰੀ ਸਰਕਾਰ ਨੂੰ ਜ਼ਰੂਰ ਵਲੂੰਦਰੇਗਾ, ਉਹਦੀਆਂ ਗਲਤੀਆਂ ਦਾ ਅਹਿਸਾਸ ਕਰਾਵੇਗਾ। ਅਤੇ ਭਗਤ ਜੀਆਂ ਨੇ ਬੂਟਾ ਸਿੰਘਾਂ ਨੂੰ ਪੁੱਛਿਆ ਕਿ ਤੁਸੀਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਆਏ ਹੋ? ਤਾਂ ਬੂਟਾ ਸਿੰਘ ਦੱਸਿਆ ਕਿ ਮੈਂ ਤਾਂ ਹਜੇ ਰੇਲ ਗੱਡੀ ਤੋਂ ਉਤਰ ਕੇ ਆਇਆ ਅਤੇ ਸਿੱਧਾ ਤੁਹਾਡੇ ਕੋਲ ਆਇਆ। ਭਗਤ ਜੀ ਭਾਂਪ ਗਏ ਕਿ ਅੱਗੇ ਕੀ ਹੋਣ ਵਾਲਾ ਹੈ, ਇਹ ਕਿਸ ਮਨਸ਼ਾ ਦੇ ਨਾਲ ਮੇਰੇ ਕੋਲ ਆਇਆ ਹੈ। ਤਾਂ ਭਗਤ ਜੀ ਨੇ ਬੂਟਾ ਸਿੰਘ ਨੂੰ ਕਿਹਾ, ਸਰਦਾਰ ਜੀ ਪਹਿਲਾਂ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੀਤਾ ਤੁਹਾਡੀਆਂ ਫੌਜਾਂ ਨੇ ਕਿਵੇਂ ਕੀਤਾ ਪਿਆ, ਜਾ ਕੇ ਨਤਮਸਤਕਤਾ ਹੋ ਗੁਰੂ ਰਾਮਦਾਸ ਦੇ ਦਰਬਾਰ ਨੂੰ, ਨਤਮਸਤਕਤਾ ਹੋਵੋ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਿਰਜੇ ਉਸ ਤਖਤ ਨੂੰ ਜਿਹਨੂੰ ਤੁਹਾਡੀਆਂ ਫੌਜਾਂ ਨੇ ਫੀਤਾ ਕਰਕੇ ਕਿਵੇਂ ਉਡਾ ਦਿੱਤਾ ਹੈ। ਕਹਿੰਦੇ ਬੂਟਾ ਸਿੰਘ ਹੋਰਾਂ ਨੂੰ ਉਹਨਾਂ ਦੀ ਕੋਈ ਗੱਲ ਨਾ ਸੁਣੀ, ਕਿਉਂਕਿ ਉਹ ਦੂਰ ਅੰਦੇਸ਼ ਸਨ। ਉਪਰੰਤ ਸਰਦਾਰ ਬੂਟਾ ਸਿੰਘ ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲਿਆਂ ਕੋਲੇ ਗਏ। ਜਿਹੜੀਆਂ ਇੱਛਾਵਾਂ ਲੈ ਕੇ ਬੂਟਾ ਸਿੰਘ ਜੀ ਖੜਕ ਸਿੰਘ ਜੀ ਕੋਲੇ ਗਏ ਸਨ, ਖੜਕ ਸਿੰਘ ਹੋਰਾਂ ਨੇ ਵੀ ਇਨਕਾਰ ਕਰ ਦਿੱਤਾ। ਅਤੇ ਫਿਰ ਬਾਬਾ ਸੰਤਾ ਸਿੰਘ ਜੀ ਕੋਲੋਂ ਅਕਾਲ ਤਖਤ ਸਾਹਿਬ ਦੀ ਉਹ ਸੇਵਾ ਕਰਵਾਈ ਗਈ। ਅਤੇ ਸੰਗਤਾਂ ਨੇ ਫਿਰ ਉਹਨੂੰ ਕਿਸ ਤਰ੍ਹਾਂ ਢਾਹ ਕੇ ਉਸ ਨੂੰ ਮੁੜ ਤੋਂ ਉਸਾਰਿਆ ਕਿ ਇਹ ਰੱਬ ਦਾ ਘਰ, ਇਹ ਸੰਗਤ ਹੀ ਇਹਨੂੰ ਉਸਾਰ ਸਕਦੀ ਹੈ, ਇਹਦੀ ਮਲਕੀਅਤ, ਇਹਦੀ ਮਾਲਕ ਸੰਗਤ ਦੀ ਹੈ। ਇਹ ਭਗਤ ਜੀਆਂ ਦੀ ਦੂਰ ਅੰਦੇਸ਼ਤਾ ਸੀ ਕਿ ਭਗਤ ਜੀਆਂ ਨੇ ਐਸੇ ਕਿਸੇ ਵੀ ਕੰਮ ਵਿੱਚ ਆਪਣੇ ਆਪ ਨੂੰ ਇਨਵੋਲਵ ਨਹੀਂ ਹੋਣ ਦਿੱਤਾ ਜਿਹੜੀ ਕਿ ਸੰਗਤਾਂ ਨਹੀਂ ਚਾਹੁੰਦੀਆਂ, ਜੋ ਗੁਰਮਤਿ ਦਾ ਆਦੇਸ਼ ਨਹੀਂ। ਦੂਰ ਅੰਦੇਸ਼ ਭਗਤ ਪੂਰਨ ਸਿੰਘ ਜੀ ਨੇ ਦਇਆ ਦੀ ਮੂਰਤ ਡਾਕਟਰ ਇੰਦਰਜੀਤ ਕੌਰ ਜੀ ਨੂੰ ਆਪਣੇ ਉੱਤਰ ਅਧਿਕਾਰੀ ਵਜੋਂ ਚੁਣਿਆ। ਡਾਕਟਰ ਸਾਹਿਬ ਨੇ ਸੰਗਰੂਰ ਵਿਖੇ ਆਪਣਾ ਚੱਲਦਾ ਹਸਪਤਾਲ ਬੰਦ ਕਰਕੇ ਪਿੰਗਲਵਾੜੇ ਆ ਗਏ ਅਤੇ ਪਿੰਗਲਵਾੜੇ ਦੇ ਮਰੀਜ਼ਾਂ ਦੀ ਸੇਵਾ ਦੇ ਲਈ ਭਗਤ ਜੀ ਤਰ੍ਹਾਂ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ। ਅਤੇ ਉਹਨਾਂ ਦੀ ਮਿਹਨਤ ਦਾ ਨਤੀਜਾ ਹੈ ਕਿ ਅੱਜ ਪਿੰਗਲਵਾੜੇ ਕੋਲੇ ਆਪਣੇ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਬੜੇ ਯੋਗ ਪ੍ਰਬੰਧ ਨੇ, ਬੜੇ ਸੁੱਖ ਸਾਧਨ ਨੇ। ਉਹ ਆਪਰੇਸ਼ਨ ਜਿਹੜੇ ਏਮਸ ਵਰਗੇ ਹਸਪਤਾਲਾਂ ਵਿੱਚ ਹੀ ਸੰਭਵ ਨੇ, ਉਹ ਆਪਰੇਸ਼ਨ ਵੀ ਡਾਕਟਰ ਇੰਦਰਜੀਤ ਕੌਰ ਹੋਰਾਂ ਦੀ ਮਿਹਨਤ ਸਦਕਾ ਉਹਨਾਂ ਨੇ ਪਿੰਗਲਵਾੜੇ ਵਿੱਚ ਕੀਤੇ ਨੇ। ਪਿੰਗਲਵਾੜੇ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਬੜੇ ਵਧੀਆ ਆਲੀਸ਼ਾਨ ਅਤੇ ਚੰਗੇ ਅਧਿਆਪਕਾਂ ਵਾਲੇ, ਹਰ ਤਰ੍ਹਾਂ ਦੀਆਂ ਸਹੂਲਤਾਂ ਵਾਲੇ 3 ਸਕੂਲ ਨੇ। ਗੂੰਗੇ ਬਹਿਰੇ ਬੱਚਿਆਂ ਦੇ ਵਾਸਤੇ ਇੱਕ ਸਪੈਸ਼ਲ ਸਕੂਲ ਹੈ। ਪਿੰਗਲਵਾੜੇ ਦੇ ਮਰੀਜ਼ਾਂ ਨੂੰ, ਪਿੰਗਲਵਾੜੇ ਵਿਖੇ ਆਉਣ ਵਾਲੇ ਯਾਤਰੂਆਂ ਨੂੰ ਬੜਾ ਸ਼ੁੱਧ ਭੋਜਨ ਉਪਲਬਧ ਕਰਾਉਣ ਦੇ ਲਈ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਖੋਜ ਫਾਰਮ ਧੀਰੇਕੋਟ ਵਿਖੇ ਸਰਦਾਰ ਰਾਜਵੀਰ ਸਿੰਘ ਦੀ ਮਿਹਨਤ ਸਦਕਾ ਬੜਾ ਸੋਹਣਾ ਡਾਕਟਰ ਇੰਦਰਜੀਤ ਕੌਰ ਹੋਰਾਂ ਦੀ ਅਗਵਾਈ ਵਿੱਚ ਤਿਆਰ ਹੋ ਚੁੱਕਿਆ। ਇਹ ਸਾਰੇ ਕੰਮ ਭਗਤ ਪੂਰਨ ਸਿੰਘ ਦੀ ਦੂਰ ਅੰਦੇਸ਼ਤਾ ਦਾ ਨਤੀਜਾ ਨੇ ਕਿ ਉਹਨਾਂ ਨੇ ਡਾਕਟਰ ਇੰਦਰਜੀਤ ਕੌਰ ਜੀ ਵਰਗੇ ਦਇਆ ਦੀ ਮੂਰਤ, ਪੂਰਨ ਸਮਰਪਣ ਵਾਲੇ ਗੁਰਸਿੱਖ ਨੂੰ ਆਪਣੇ ਉੱਤਰ ਅਧਿਕਾਰੀ ਵਜੋਂ ਚੁਣਿਆ। ਇਹ ਭਗਤ ਜੀਆਂ ਦੀ ਦੂਰ ਅੰਦੇਸ਼ਤਾ ਸੀ ਕਿ ਉਹ ਆਪਣੇ ਪਿੰਗਲਵਾੜੇ ਦੇ ਪਰਿਵਾਰ ਨੂੰ ਸਦਾ ਲਈ ਪ੍ਰਫੁੱਲਤ ਕਰਨਾ ਚਾਹੁੰਦੇ ਸਨ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਪਿੰਗਲਵਾੜੇ ਦੇ ਇਸ ਪਰਿਵਾਰ ਦਾ ਸਹਾਰਾ ਬਣੀਏ, ਆਪਣਾ ਹਰ ਤਰ੍ਹਾਂ ਦਾ ਬਣਦਾ ਯੋਗਦਾਨ ਭਗਤ ਪੂਰਨ ਸਿੰਘ ਦੇ ਲਾਏ ਹੋਏ ਇਸ ਪਿੰਗਲਵਾੜੇ ਦੇ ਬੂਟੇ ਨੂੰ ਦਈਏ, ਤਾਂ ਕਿ ਇਹ ਖੁਸ਼ੀ ਦੀਆਂ ਲਹਿਰਾਂ ਸਮਾਜ ਵਿੱਚ ਸਾਰੇ ਪਾਸੇ ਪ੍ਰਫੁੱਲਤ ਹੋ ਸਕਣ, ਸਮਾਜ ਖੁਸ਼ਹਾਲ ਹੋ ਸਕੇ ਔਰ ਨੈਤਿਕ ਕਦਰਾਂ ਕੀਮਤਾਂ ਸਮਾਜ ਦੇ ਹਰ ਕੋਨੇ ਵਿੱਚ ਪਹੁੰਚ ਸਕਣ। ਮਹਾਂਪੁਰਖਾਂ ਦੀਆਂ ਸਾਖੀਆਂ, ਮਹਾਂਪੁਰਖਾਂ ਦੇ ਜੀਵਨ ਸਾਂਝੇ ਕਰਨ ਦਾ ਮਨੋਰਥ ਕੋਈ ਕੰਨ ਰਸ ਦੇਣਾ ਜਾਂ ਕੰਨ ਰਸ ਲੈਣਾ ਨਹੀਂ ਹੁੰਦਾ, ਬਲਕਿ ਮਹਾਂਪੁਰਖਾਂ ਦੇ ਜੀਵਨ ਸਾਂਝੇ ਕਰਨ ਦਾ ਪ੍ਰਯੋਜਨ ਇੱਕ ਹੀ ਹੁੰਦਾ ਹੈ ਕਿ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਮਹਾਂਪੁਰਖਾਂ ਦੇ ਜੀਵਨ ਦੀਆਂ ਕਥਾਵਾਂ ਸੁਣਦੇ ਸਾਨੂੰ ਚਾਅ ਚੜ੍ਹੇ, ਸਾਡੇ ਅੰਦਰ ਮਹਾਂਪੁਰਖਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਜਗਿਆਸਾ ਪ੍ਰਬਲ ਹੋਵੇ, ਉਤਸ਼ਾਹ ਬਣ ਕੇ ਆਵੇ। ਸੋ ਭਗਤ ਪੂਰਨ ਸਿੰਘ ਹੋਰਾਂ ਦੀ ਇੱਕ ਬੜੀ ਪ੍ਰਬਲ ਇੱਛਾ ਸੀ, ਜਿਹੜੀ ਉਹਨਾਂ ਨੇ ਆਪਣੀਆਂ ਲਿਖਤਾਂ ਵਿੱਚ ਬਾਰ-ਬਾਰ ਲਿਖੀ ਹੈ ਕਿ ਮੈਂ ਹਰ ਨੌਜਵਾਨ ਦੇ ਹੱਥ ਵਿੱਚ ਗੁਰਬਾਣੀ ਦਾ ਟੀਕਾ ਵੇਖਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਕਿ ਹਰ ਨੌਜਵਾਨ ਗੁਰੂ ਨਾਨਕ ਦੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਵੇ, ਆਪਣੇ ਜੀਵਨ 'ਤੇ ਹੰਢਾਵੇ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਕਾਸ਼ ਹੋ ਜਾਣ ਨਾਲ ਸਮਾਜ ਸੋਹਣਾ ਅਤੇ ਖੁਸ਼ਹਾਲ ਹੋ ਜਾਵੇ। ਇਹ ਭਗਤ ਜੀ ਦੀ ਬੜੀ ਪ੍ਰਬਲ ਇੱਛਾ ਸੀ, ਜਿਸ ਇੱਛਾ ਨੂੰ ਪੂਰੀਆਂ ਕਰਨ ਦੇ ਲਈ ਉਹ 85 ਸਾਲਾਂ ਦੀ ਉਮਰ ਦੇ ਵਿੱਚ ਵੀ, ਬਜ਼ੁਰਗ ਅਵਸਥਾ ਵਿੱਚ ਵੀ ਦੂਰ ਦਰਾਡੇ ਦੇਸ਼ ਦੇ ਵਿਦਿਅਕ ਅਦਾਰਿਆਂ ਵਿੱਚ ਜਾ ਕੇ ਬੜੇ ਉਤਸ਼ਾਹ ਨਾਲ ਵਿਦਿਆਰਥੀਆਂ ਨਾਲ ਗੱਲਬਾਤ ਕਰਿਆ ਕਰਦੇ ਸਨ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਅਸੀਂ ਜਿੱਥੇ ਜਿੱਥੇ ਵੀ ਵਿਚਰ ਰਹੇ ਹਾਂ, ਜਿੱਥੇ ਜਿੱਥੇ ਵੀ ਸਾਡੇ ਆਲੇ ਦੁਆਲੇ ਵਿਦਿਅਕ ਅਦਾਰੇ ਨੇ, ਅਸੀਂ ਉਹਨਾਂ ਵਿਦਿਅਕ ਅਦਾਰਿਆਂ ਵਿੱਚ ਪਹੁੰਚ ਕਰਕੇ ਵਿਦਿਆਰਥੀਆਂ ਨਾਲ ਗੱਲਬਾਤ ਕਰੀਏ, ਵਿਦਿਆਰਥੀਆਂ ਨੂੰ ਭਗਤ ਪੂਰਨ ਸਿੰਘ ਜੀ ਦੀਆਂ ਗਾਥਾਵਾਂ ਸੁਣਾਈਏ, ਮਹਾਂਪੁਰਖਾਂ ਯੋਧਿਆਂ ਦੇ ਜੀਵਨ ਸੁਣਾਈਏ, ਤਾਂ ਕਿ ਉਹ ਬੱਚੇ ਵੀ ਭਗਤ ਪੂਰਨ ਸਿੰਘ ਦੀ ਤਰ੍ਹਾਂ ਸਮਾਜ ਸੇਵਕ ਬਣ ਸਕਣ।
ਭਗਤ ਜੀ ਦੀ ਇਸ ਭਾਵਨਾ ਦਾ, ਭਗਤ ਜੀ ਦੀ ਇਸ ਤੀਬਰ ਇੱਛਾ ਦਾ ਅਸਰ ਮੇਰੇ 'ਤੇ ਵੀ ਜਦੋਂ ਮੈਂ ਹਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀਬਾੜੀ ਕਾਲਜ ਦਾ ਵਿਦਿਆਰਥੀ ਸਾਂ ਉਸ ਵਕਤ ਹੋਇਆ। ਭਗਤ ਜੀ ਨੂੰ ਮਿਲਣ ਤੋਂ ਬਾਅਦ ਜਿੰਨੀ ਵੀ ਪੜ੍ਹਾਈ ਮੈਂ ਖੇਤੀਬਾੜੀ ਯੂਨੀਵਰਸਿਟੀ ਵਿੱਚ ਕੀਤੀ, ਜਿੱਥੇ ਵਿੱਦਿਆ ਪ੍ਰਾਪਤ ਕਰਨਾ ਮੇਰਾ ਮੁੱਖ ਮਨੋਰਥ ਸੀ, ਉਦੋਂ ਵੀ ਵੱਡਾ ਮਨੋਰਥ ਮੇਰਾ ਇਹ ਬਣ ਗਿਆ ਸੀ ਕਿ ਇਸ ਵਿੱਦਿਆ ਪ੍ਰਾਪਤ ਕਰਨ ਦਾ ਮੁੱਲ ਤਾਂ ਹੀ ਹੈ ਜੇ ਅਸੀਂ ਆਪਣੇ ਆਲੇ ਦੁਆਲੇ ਵਿਚ ਰਹੇ ਹੋਰ ਵਿਦਿਆਰਥੀਆਂ ਦੇ ਅੰਦਰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਪੈਦਾ ਕਰੀਏ, ਚੰਗੇ ਨਾਗਰਿਕ ਬਣਨ, ਉਹਨਾਂ ਅੰਦਰ ਸਚਿਆਰ ਬਣਨ ਦੀ ਜਗਿਆਸਾ ਪ੍ਰਬਲ ਹੋਵੇ। ਉਹ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਇਸ ਤਰ੍ਹਾਂ ਬਣਾ ਲੈਣ ਜਿਸ ਤਰ੍ਹਾਂ ਭਗਤ ਜੀ ਨੇ ਆਪਣੇ ਜੀਵਨ ਵਿੱਚ ਗੁਰਬਾਣੀ ਦਾ ਆਧਾਰ ਬਣਾ ਕੇ ਸਮਾਜ ਨੂੰ ਇੱਕ ਬਹੁਤ ਵੱਡੀ ਦੇਣ ਦਿੱਤੀ ਹੈ। ਆਪਣਾ ਵਿਦਿਆਰਥੀ ਜੀਵਨ ਪੂਰਾ ਕਰਕੇ ਜਦੋਂ ਮੈਂ ਨੌਕਰੀ ਆਰੰਭ ਕੀਤੀ ਤਾਂ ਮਨ ਵਿੱਚ ਚਾਅ ਚੜ੍ਹਿਆ ਕਿ ਹੁਣ ਇਸ ਕੰਮ ਨੂੰ ਭਗਤ ਜੀ ਦੀ ਭਾਵਨਾ ਅਨੁਸਾਰ ਹੋਰ ਵਧੀਆ ਢੰਗ ਨਾਲ ਕਿਉਂ ਨਾ ਕੀਤਾ ਜਾਵੇ। ਦੇਸ਼ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਭਗਤ ਜੀ ਵਾਲੇ ਉਤਸ਼ਾਹ ਨਾਲ ਸੰਬੋਧਨ ਕਰਨ ਦੇ ਯਤਨ ਆਰੰਭ ਕੀਤੇ। ਇਹ ਕਾਰਜ ਕਰਦਿਆਂ ਲਗਭਗ 15 ਵਰ੍ਹੇ ਇੰਜ ਹੋਰ ਨਿਕਲ ਗਏ। ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਖਿਆਲ ਦਿੱਤਾ ਕਿ ਇੰਨੇ ਵਿਦਿਅਕ ਅਦਾਰੇ, ਇੰਨੇ ਵਿਦਿਆਰਥੀ, ਸਾਰਿਆਂ ਤੱਕ ਪਹੁੰਚ ਕਰਨੀ ਅਤੇ ਉਹਨਾਂ ਨੂੰ ਫਿਰ ਦੁਬਾਰਾ ਜਾ ਕੇ ਫੋਲੋ ਅਪ ਕਰਨਾ ਇਹ ਅਸੰਭਵ ਜਿਹਾ ਕਾਰਜ ਹੈ। ਕਿਉਂ ਨਾ ਕੋਈ ਇਹੋ ਜਿਹਾ ਕਾਰਜ ਕੀਤਾ ਜਾਵੇ ਕਿ ਵਿਦਿਆਰਥੀਆਂ ਦੇ ਸਿਲੇਬਸ ਦੇ ਵਿੱਚ ਉਹਨਾਂ ਨੂੰ ਇਹੋ ਜਿਹੇ ਮਾਣਕ ਮੋਤੀ ਮਿਲਣ, ਵਿਦਿਆਰਥੀਆਂ ਦੇ ਸਿਲੇਬਸ ਵਿੱਚੋਂ ਉਹਨਾਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਸੋਝੀ ਆਵੇ ਅਤੇ ਉਹ ਭਗਤ ਪੂਰਨ ਸਿੰਘ ਦੇ ਮਾਰਗ 'ਤੇ ਚੱਲ ਸਕਣ। ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੜ੍ਹਾਈ ਕਰਦਿਆਂ ਅਤੇ ਉਪਰੰਤ ਨੌਕਰੀ ਕਰਦਿਆਂ ਜਿਹੜੇ ਗੁਣ ਭਗਤ ਜੀ ਦੇ ਲਿਖੀਆਂ ਗਾਥਾਵਾਂ ਨੂੰ ਪੜ੍ਹ ਕੇ, ਭਗਤ ਜੀ ਦੇ ਲਿਖੇ ਸਾਹਿਤ ਨੂੰ ਪੜ੍ਹ ਕੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ, ਵਿਦਵਾਨਾਂ ਨੂੰ ਪੜ੍ਹ ਕੇ ਸਮਝ ਆਏ ਸਨ ਅਤੇ ਮਨ ਵਿੱਚ ਇੱਕ ਫੁਰਨਾ ਆਇਆ। ਵਾਹਿਗੁਰੂ ਜੀ ਨੇ ਖਿਆਲ ਦਿੱਤਾ ਕਿ ਉਹਨਾਂ ਇਹਨਾਂ ਗੁਣਾਂ ਦੇ ਆਧਾਰ 'ਤੇ ਸਕੂਲਾਂ ਵਾਸਤੇ ਸਿਲੇਬਸ ਹੀ ਕਿਉਂ ਨਾ ਤਿਆਰ ਹੋ ਜਾਵੇ। ਫਿਰ ਉਹਨਾਂ ਸਕੂਲਾਂ ਵਿੱਚ ਬਾਰ-ਬਾਰ ਜਾਣਾ ਨਾ ਪਵੇ, ਸਗੋਂ ਉਹ ਸਿਲੇਬਸ ਨੂੰ ਪੜ੍ਹ ਕੇ ਹਜ਼ਾਰਾਂ ਵਿਦਿਆਰਥੀ ਲਾਹਾ ਲੈ ਕੇ ਭਗਤ ਜੀ ਦੀ ਭਾਵਨਾ ਨੂੰ ਪੂਰੀਆਂ ਕਰਕੇ ਨੈਤਿਕ ਕਦਰਾਂ ਕੀਮਤਾਂ ਨਾਲ ਲੈਸ ਨਾਗਰਿਕ ਬਣਨ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਕਰ ਸਕਣ। ਮੈਂ ਆਪਣਾ ਇਹ ਵਿਚਾਰ ਭਗਤ ਜੀ ਨੂੰ ਮਿਲਣ ਤੋਂ ਕੋਈ 20 ਵਰ੍ਹੇ ਬਾਅਦ 2009 ਈਸਵੀ ਵਿੱਚ ਡਾਕਟਰ ਇੰਦਰਜੀਤ ਕੌਰ ਹੋਰਾਂ ਨਾਲ ਸਾਂਝਾ ਕੀਤਾ। ਡਾਕਟਰ ਸਾਹਿਬ ਨੇ ਉਤਸ਼ਾਹ ਦਿੱਤਾ ਅਤੇ ਉਹ 24 ਕਿਤਾਬਾਂ ਨਿਕਲ ਕੇ ਆਈਆਂ। 24 ਕਿਤਾਬਾਂ ਦੀ ਪ੍ਰਕਾਸ਼ਨਾ ਹੋਈ ਅਤੇ ਅੱਜ ਸੈਂਕੜੇ ਸਕੂਲਾਂ ਦੇ ਸਿਲੇਬਸ ਦਾ ਸ਼ਿੰਗਾਰ ਨੇ ਜਿੱਥੇ ਵਿਦਿਆਰਥੀ ਇਹਨਾਂ ਕਿਤਾਬਾਂ ਤੋਂ ਲਾਹਾ ਲੈਂਦੇ ਨੇ। ਮੇਰੀ ਭਾਵਨਾ ਹੈ ਕਿ ਭਗਤ ਪੂਰਨ ਸਿੰਘ ਜੀ ਦੀ ਇਸ ਪ੍ਰਬਲ ਇੱਛਾ ਨੂੰ ਪੂਰੀਆਂ ਕਰਨ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣਾ ਵੱਧ ਤੋਂ ਵੱਧ ਸਮਾਂ ਆਪਣੀ ਭਾਵਨਾ ਇਹਦੇ ਵਿੱਚ ਪਾਈ ਕਿ ਸਾਡੇ ਆਲੇ ਦੁਆਲੇ ਵਿੱਚ ਰਹੇ ਨੌਜਵਾਨ ਭਗਤ ਜੀ ਦੀਆਂ ਭਾਵਨਾਵਾਂ ਨੂੰ ਸਮਝ ਕੇ ਭਗਤ ਜੀ ਦੀ ਭਾਵਨਾ ਅਨੁਸਾਰ ਚੰਗੇ ਨਾਗਰਿਕ ਬਣ ਸਕਣ। ਇਹ ਕਿਤਾਬਾਂ ਤੋਂ ਬਾਅਦ ਜਦੋਂ ਵਿਦਿਆਰਥੀਆਂ ਦੇ ਹੱਥਾਂ ਵਿੱਚ ਗਈਆਂ, ਵਿਦਿਆਰਥੀਆਂ ਦੇ ਜੀਵਨ ਬਣਨੇ ਸ਼ੁਰੂ ਹੋਏ ਅਤੇ ਮਨ ਵਿੱਚ ਖਿਆਲ ਆਇਆ ਕਿ ਬਹੁਤ ਸਾਰੇ ਸਕੂਲ ਜਿਨ੍ਹਾਂ ਤੱਕ ਸਾਡੀ ਪਹੁੰਚ ਹੀ ਨਹੀਂ ਹੋ ਸਕਦੀ, ਜਾਂ ਜਿਨ੍ਹਾਂ ਸਕੂਲਾਂ ਦੇ ਪ੍ਰਬੰਧਕ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੇਣ ਦੀ ਲੋੜ ਹੀ ਨਹੀਂ ਮਹਿਸੂਸਦੇ, ਅਤੇ ਜਾਂ ਫਿਰ ਉਹ ਜਿਹੜੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਨੇ ਅਤੇ ਹੁਣ ਸਕੂਲਾਂ ਵਿੱਚੋਂ ਵਿੱਦਿਆ ਲੈਣ ਦਾ ਸਮਾਂ ਗੁਜ਼ਰ ਚੁੱਕਿਆ, ਉਹਨਾਂ 'ਚ ਅੰਦਰ ਨੈਤਿਕ ਕਦਰਾਂ ਕੀਮਤਾਂ ਕਿਵੇਂ ਬਹਾਲ ਹੋਣ। ਅਤੇ ਇੱਕ ਫੁਰਨਾ ਮਨ ਵਿੱਚ ਪ੍ਰਗਟ ਹੋਇਆ ਕਿ ਕਿਉਂ ਨਾ ਇੱਕ ਇਹੋ ਜਿਹੀ ਐਪ ਤਿਆਰ ਕਰ ਲਈ ਜਾਵੇ ਜਿਸ ਐਪ ਰਾਹੀਂ ਵਿਦਿਆਰਥੀਆਂ ਨੂੰ ਰੋਜ਼ ਉੱਦਾਂ ਦੀਆਂ ਗਾਥਾਵਾਂ ਮਿਲਣ ਜਿਹੋ ਜਿਹੀਆਂ ਗਾਥਾਵਾਂ ਮਾਤਾ ਮਹਿਤਾਬ ਕੌਰ ਹਰ ਰੋਜ਼ ਰਾਮ ਜੀ ਦਾਸ ਨੂੰ ਸੁਣਾਇਆ ਕਰਦੀ ਸੀ। ਅਤੇ ਰਾਮ ਜੀ ਦਾਸ ਤੋਂ ਪੂਰਨ ਭਗਤ ਬਣ ਗਿਆ, ਭਗਤ ਪੂਰਨ ਸਿੰਘ ਬਣ ਗਿਆ। ਕਿਉਂ ਨਾ ਇਹੋ ਜਿਹੀ ਇੱਕ ਪ੍ਰਬੰਧ ਬਣਾ ਲਿਆ ਜਾਵੇ ਕਿ ਅੱਜ IT ਦਾ ਯੁੱਗ ਹੈ, ਹਰ ਵਿਦਿਆਰਥੀ ਦੇ ਹੱਥ ਵਿੱਚ ਮੋਬਾਈਲ ਫੋਨ ਹੈ। ਮਾਂ ਕੋਲ ਤਾਂ ਵਕਤ ਹੀ ਨਹੀਂ ਰਿਹਾ ਬੱਚਿਆਂ ਨੂੰ ਕੋਈ ਸਾਖੀ ਸੁਣਾਉਣ ਦਾ, ਮਾਂ ਕੋਲ ਤਾਂ ਵਕਤ ਹੀ ਨਹੀਂ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੇਣ ਦਾ, ਅਤੇ ਖਿਮਾ ਕਰਨਾ ਅਧਿਆਪਕਾਂ ਕੋਲ ਵੀ ਇਹ ਕੋਈ ਵਿਸ਼ਾ ਹੀ ਨਹੀਂ ਰਹਿ ਗਿਆ। ਉਹ ਤਾਂ ਸਿਰਫ ਪੈਸਾ ਕਮਾਉਣਾ ਸਿਖਾਉਣਾ ਚਾਹੁੰਦੇ ਨੇ, ਉਹ ਪੈਸਾ ਕਮਾਉਣ ਦੀਆਂ ਮਸ਼ੀਨਾਂ ਪੈਦਾ ਕਰਨੀਆਂ ਚਾਹੁੰਦੇ ਨੇ। ਮਨ 'ਚ ਇਹ ਫੁਰਨਾ ਫੁਰਿਆ ਕਿ ਭਗਤ ਜੀ ਦੀ ਭਾਵਨਾ ਨੂੰ ਪੂਰੀਆਂ ਕਰਨ ਲਈ ਕਿਉਂ ਨਾ ਇੱਕ ਇੱਦਾਂ ਦੀ ਐਪ ਤਿਆਰ ਕਰ ਦਿੱਤੀ ਜਾਵੇ। ਅਤੇ ਮੈਨੂੰ ਇਹ ਗੱਲ ਦੱਸਣ 'ਚ ਖੁਸ਼ੀ ਹੈ ਕਿ ਆਤਮ ਪ੍ਰਕਾਸ਼ ਟੀਮ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਡਾਕਟਰ ਇੰਦਰਜੀਤ ਕੌਰ ਜੀ ਦੇ ਆਸ਼ੀਰਵਾਦ ਉਤਸ਼ਾਹ ਦੇ ਨਾਲ ਉਹਨਾਂ ਵੱਲੋਂ ਸਮੇਂ-ਸਮੇਂ ਹੁੰਦੀ ਹੌਸਲਾ ਅਫਜ਼ਾਈ ਨਾਲ ਸਮੂਹ ਸੇਵਾਦਾਰਾਂ ਨੇ ਰਲ ਕੇ ਇੱਕ ਇਹੋ ਜਿਹੀ ਸੁੰਦਰ ਐਪ ਤਿਆਰ ਕਰ ਦਿੱਤੀ ਹੈ ਜਿਹੜੀ ਐਪ ਆਪਣੇ ਆਪ ਵਿੱਚ ਇੱਕ ਨਿਵੇਕਲੀ ਐਪ ਹੈ। ਹਰ ਰੋਜ਼ ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਸਬਕ ਮਿਲਦਾ ਹੈ ਜਿਹੜਾ ਵਿਦਿਆਰਥੀ ਥੋੜ੍ਹੇ ਜਿਹੇ ਸਮੇਂ 'ਚ ਪੜ੍ਹ ਸਕਦਾ ਹੈ। ਇਹ ਇਹੋ ਜਿਹੀਆਂ ਗਾਥਾਵਾਂ ਨੇ ਜਿਹੋ ਜਿਹੀਆਂ ਗਾਥਾਵਾਂ ਭਗਤ ਜੀ ਆਪਣੇ ਕਿਤਾਬਚਿਆਂ ਵਿੱਚ, ਆਪਣੇ ਲੇਖਾਂ ਵਿੱਚ ਬਾਰ-ਬਾਰ ਲਿਖਿਆ ਕਰਦੇ ਸਨ।
ਇਹ ਐਪ ਦੀ ਬਣਤਰ ਇਸ ਤਰ੍ਹਾਂ ਤਿਆਰ ਹੋਈ ਹੈ, ਜਿੰਨੇ ਵੀ ਭਗਤ ਜੀ ਨੇ ਨੌਜਵਾਨਾਂ ਨੂੰ ਸੁਨੇਹੇ ਦਿੱਤੇ ਨੇ, ਅਸੀਂ ਉਸ ਐਪ ਦੇ ਕਿਸੇ ਨਾ ਕਿਸੇ ਪੜਾਅ 'ਤੇ ਬੱਚਿਆਂ ਨੂੰ ਉਹ ਬੜੀ ਸੰਜੀਦਗੀ ਨਾਲ, ਬੜੀ ਭਾਵ ਨਾਲ ਬੱਚਿਆਂ ਨੂੰ ਪਰੋਸ ਕੇ ਦੇ ਦਿੱਤੇ ਨੇ। ਉਦਾਹਰਨ ਦੇ ਤੌਰ 'ਤੇ ਭਗਤ ਜੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਨੇ, ਇਹਨਾਂ ਦਾ ਬੜਾ ਵੱਡਾ ਮੁੱਲ ਹੈ। ਐਲੂਮੀਨੀਅਮ ਦੇ ਭਾਂਡੇ ਨਹੀਂ ਵਰਤਣੇ, ਬਾਜ਼ਾਰ ਤੋਂ ਬਣੀਆਂ ਹੋਈਆਂ ਰੰਗ ਬਰੰਗੀਆਂ ਮਸਾਲੇ ਪਾ ਕੇ ਤਿਆਰ ਕੀਤੀਆਂ ਹੋਈਆਂ ਉਹ ਭੋਜਨ ਨੂੰ ਨਹੀਂ ਵਰਤਣਾ। ਰੰਗ ਪਾ ਕੇ ਤਿਆਰ ਕੀਤੇ ਹੋਏ ਰੰਗ ਬਰੰਗੇ ਸ਼ਰਬਤ, ਰਸਾਇਣਾਂ ਨਾਲ ਤਿਆਰ ਕੀਤੇ ਹੋਏ ਇਹ ਸ਼ਰਬਤਾਂ ਦੀ ਵਰਤੋਂ ਨਹੀਂ ਕਰਨੀ। ਦਰਖਤ ਲਗਾਉਣੇ ਨੇ, ਪੰਛੀਆਂ ਨੂੰ ਸੰਭਾਲਣਾ ਹੈ, ਘਰ ਵਿੱਚ ਮਾਤਾ ਪਿਤਾ ਨਾਲ ਕੰਮ ਕਰਾਉਣਾ ਹੈ, ਹੱਥੀਂ ਕੰਮ ਕਰਨਾ ਹੈ, ਸਮੇਂ ਸਿਰ ਨੀਂਦ ਲੈਣੀ ਹੈ, ਆਪਣੀ ਵਿੱਦਿਆ ਵੱਲ ਧਿਆਨ ਦੇਣਾ ਹੈ, ਆਪਣੀ ਸਿਹਤ ਦਾ ਖਿਆਲ ਰੱਖਣਾ ਹੈ। ਬਹੁਤ ਸਾਰੀਆਂ ਗੱਲਾਂ ਦੀਆਂ ਭਗਤ ਜੀ ਨੇ ਆਪਣੇ ਲੇਖਾਂ 'ਚ ਲਿਖੀਆਂ ਨੇ। ਉਹ ਮਾਣਕ ਮੋਤੀ ਚੁਣ ਕੇ ਅਸੀਂ ਇਸ ਐਪ ਵਿੱਚ ਸਜਾ ਕੇ ਵਿਦਿਆਰਥੀਆਂ ਦੇ ਅੱਗੇ ਪਰੋਸ ਕੇ ਦੇ ਦਿੱਤੇ, ਤਾਂ ਕਿ ਉਹਨਾਂ ਦਾ ਜੀਵਨ ਇੱਕ ਮੁਕੰਮਲ ਤੌਰ 'ਤੇ ਇੱਕ ਐਸੀ ਸੁੰਦਰ ਢੰਗ ਨਾਲ ਘੜਿਆ ਜਾਵੇ ਅਤੇ ਉਹ ਇੱਕ ਵਧੀਆ ਨਾਗਰਿਕ ਬਣ ਸਕਣ। ਇਹ ਐਪ ਵਿਦਿਆਰਥੀਆਂ ਨੂੰ ਰੋਜ਼ਾਨਾ ਦਾ ਸਬਕ ਦਿੰਦੀ ਹੈ, ਇੱਕ ਮਾਂ ਦੀ ਤਰ੍ਹਾਂ ਉਹਨਾਂ ਨੂੰ ਲੋਰੀਆਂ ਦਿੰਦੀ ਹੈ, ਮਾਂ ਦੀ ਤਰ੍ਹਾਂ ਉਹਨਾਂ ਨੂੰ ਸਾਖੀਆਂ ਸੁਣਾਉਂਦੀ ਹੈ। ਜਿਹੜਾ ਕੰਮ ਮਾਂ ਅਤੇ ਅਧਿਆਪਕ ਨਹੀਂ ਕਰ ਸਕਦੇ, ਅੱਜ ਨਹੀਂ ਕਰ ਰਹੇ, ਅੱਜ ਉਹ ਇਹ ਐਪ ਉਹ ਸਹੂਲਤ ਪ੍ਰਦਾਨ ਕਰ ਰਹੀ ਹੈ। ਫਿਰ ਇੱਕ ਬੜੀ ਖੂਬਸੂਰਤ ਇਸ ਐਪ ਦੇ ਵਿੱਚ ਸਮਾਂ ਸਾਰਣੀ, ਜਿਹਨੂੰ ਅਸੀਂ ਟਾਈਮ ਟੇਬਲ ਕਹਿੰਦੇ ਹਾਂ। ਬੱਚਿਆਂ ਨੂੰ ਉਹ ਟਾਸਕ ਦੱਸ ਦਿੱਤੇ ਨੇ, ਕੰਮਕਾਰ ਦੱਸ ਦਿੱਤੇ ਗਏ ਨੇ, ਜਿਹੜੇ ਬੱਚੇ ਨੇ ਹਰ ਰੋਜ਼ ਆਪਣੇ ਟਾਈਮ ਟੇਬਲ 'ਚ ਕਰਨੇ ਜ਼ਰੂਰੀ ਨੇ। ਉਹ ਵੀ ਅਸੀਂ ਭਗਤ ਜੀ ਕੋਲੋਂ ਸਿੱਖੇ। ਉਹਨਾਂ ਨੂੰ ਅਸੀਂ ਇਸ ਐਪ ਵਿੱਚ ਪਰੋਸ ਕੇ ਬੱਚੇ ਆਪਣਾ ਟਾਈਮ ਟੇਬਲ ਬਣਾਉਂਦੇ ਨੇ, ਉਸ ਅਨੁਸਾਰ ਚੱਲਦੇ ਨੇ ਔਰ ਸ਼ਾਮਾਂ ਨੂੰ ਫਿਰ ਉਸ ਟਾਈਮ ਟੇਬਲ ਦੀ ਇੱਕ ਪ੍ਰਗਤੀ ਰਿਪੋਰਟ ਭਰਦੇ ਨੇ, ਸਵੈ ਮੁਲਾਂਕਣ ਕਰਦੇ ਨੇ। ਜੋ ਬਾਣੀ ਸਮਝਾਉਂਦੀ ਹੈ ਨਾ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਹਰ ਰੋਜ਼ ਵਿਦਿਆਰਥੀ ਆਪਣਾ ਮੁਲਾਂਕਣ ਕਰਕੇ ਭੇਜਦਾ ਹੈ ਅਤੇ ਉਹ ਮੁਲਾਂਕਣ ਦੇ ਨਾਲ ਆਪਣੇ ਆਪ ਨੂੰ ਉਹ ਸਮਝਦਾ ਹੈ, ਉਹ ਦੇਖਦਾ ਹੈ ਕਿ ਮੈਂ ਕਿਸ ਦਿਸ਼ਾ ਵਿੱਚ ਚੱਲ ਰਿਹਾ, ਕਿੰਨਾ ਮੈਂ ਪ੍ਰਗਤੀ ਕਰ ਰਿਹਾ। ਹਰ ਮਹੀਨੇ ਵਿਦਿਆਰਥੀਆਂ ਨੂੰ ਦਿੱਤੇ ਹੋਏ ਇਹਨਾਂ ਜੋ ਸੁਨੇਹੇ, ਜੋ ਸਬਕ ਹਰ ਰੋਜ਼ ਦਿੰਦੇ ਆ, ਉਹਦੇ 'ਚੋਂ ਕੋਈ ਪ੍ਰਸ਼ਨੋਤਰੀ ਮੁਕਾਬਲਾ ਵੀ ਵਿਦਿਆਰਥੀ ਐਪ ਦੇ ਵਿੱਚ ਹੀ ਭਾਗ ਲੈਂਦੇ ਨੇ। ਇਸ ਐਪ ਦੀ ਇੱਕ ਖੂਬਸੂਰਤ ਬਾਤ ਹੈ ਕਿ ਇਸ ਐਪ ਦੇ ਵਿੱਚ ਉਤਸ਼ਾਹ ਨਾਲ ਕਾਰਜਸ਼ੀਲ ਹੋਣ ਵਾਲੇ ਬੱਚਿਆਂ ਨੂੰ ਉਸਤਾਦ ਨਿਯੁਕਤ ਕੀਤੇ ਜਾਂਦੇ ਨੇ। ਇਹ ਉਸਤਾਦ ਵਿਦਿਆਰਥੀਆਂ ਨਾਲ ਨਿਰੰਤਰ ਸੰਪਰਕ ਵਿੱਚ ਰਹਿ ਕੇ ਗੱਲਬਾਤ ਕਰਦੇ ਨੇ, ਉਤਸ਼ਾਹ ਦਿੰਦੇ ਨੇ, ਅਗਾਊਂ ਉਚੇਰੀ ਵਿੱਦਿਆ ਹਾਸਲ ਕਰਨ ਲਈ ਦਿਸ਼ਾ ਨਿਰਦੇਸ਼ ਪ੍ਰਦਾਨ ਕਰਦੇ ਨੇ, ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਸੁਣਦੇ ਨੇ ਅਤੇ ਇੱਕ ਮਾਪਿਆਂ ਦਾ ਰੋਲ ਅਦਾ ਕਰਦੇ ਨੇ। ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਕੋਲ ਲਗਭਗ 30 ਉਸਤਾਦ ਇਸ ਵੇਲੇ ਇਹਨਾਂ ਨੇ ਆਪਣੇ ਆਪ ਨੂੰ ਵਲੰਟੀਅਰ ਕੀਤਾ। ਮੈਂ ਸਮਝਦਾ ਇਹ ਭਗਤ ਜੀ ਦੀਆਂ ਭਾਵਨਾਵਾਂ ਜਿਹੜੀਆਂ ਸਨ ਉਹਨਾਂ ਨੂੰ ਪੂਰੀਆਂ ਕਰਨ ਲਈ ਸਾਡਾ ਇਹ ਨਿਮਾਣਾ ਜਿਹਾ ਯਤਨ ਹੈ ਕਿ ਅਸੀਂ ਸਮਾਜ ਵਿੱਚ ਭਗਤ ਜੀ ਵਰਗੇ ਜ਼ਿੰਮੇਵਾਰ ਨਾਗਰਿਕ ਪੈਦਾ ਕਰ ਸਕੀਏ। ਮੈਂ ਆਸ ਕਰਦਾ ਦੂਰ ਅੰਦੇਸ਼ ਭਗਤ ਪੂਰਨ ਸਿੰਘ ਜੀਆਂ ਦੇ ਜੀਵਨ ਗਾਥਾਵਾਂ ਦੀਆਂ ਅੱਜ ਦੀਆਂ ਹੋਈਆਂ ਵਿਚਾਰਾਂ ਤੋਂ ਪ੍ਰੇਰਨਾ ਲੈ ਕੇ ਦੂਰ ਦਰਾਡੇ ਬੈਠੇ, ਨੇੜੇ ਬੈਠੇ ਸਰੋਤੇ ਜ਼ਰੂਰ ਲਾਹਾ ਪ੍ਰਾਪਤ ਕਰਨਗੇ ਅਤੇ ਅਸੀਂ ਰਲ ਮਿਲ ਕੇ ਭਗਤ ਜੀਆਂ ਦੀ ਭਾਵਨਾ ਨੂੰ, ਭਗਤ ਜੀਆਂ ਵੱਲੋਂ ਆਰੰਭ ਕੀਤੇ ਮਿਸ਼ਨ ਨੂੰ ਪੂਰੀਆਂ ਕਰਨ ਦੇ ਲਈ ਸਚਿਆਰ ਮਨੁੱਖਾਂ ਦਾ ਕਾਫਲਾ ਬਣਾ ਕੇ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਜ਼ਰੂਰ ਕਾਮਯਾਬ ਹੋਵਾਂਗੇ। ਗੁਰੂ ਅੰਗ ਸੰਗ ਹਨ, ਅਸੀਂ ਡਟ ਕੇ ਲੱਗੇ ਰਹੀਏ, ਭਗਤ ਜੀਆਂ ਦੇ ਜੀਵਨ ਦੇ ਵਿੱਚੋਂ ਪ੍ਰੇਰਨਾ ਲੈ ਕੇ ਆਪਣੇ ਹੌਸਲੇ ਬੁਲੰਦ ਰੱਖੀਏ, ਹਰ ਔਕੜ ਦੇ ਵਿੱਚ ਅੱਗੇ ਵੱਧਦੇ ਰਹੀਏ। ਤਾਂ ਉਹ ਦਿਨ ਜ਼ਰੂਰ ਆਵੇਗਾ ਜਦੋਂ ਅਸੀਂ ਖੁਸ਼ਹਾਲ ਸਮਾਜ ਦੀ ਸਿਰਜਣਾ ਕਰ ਸਕਾਂਗੇ, ਅਸੀਂ ਸਾਰੇ ਖੁਸ਼ਹਾਲ ਸਮਾਜ ਦੇ ਵਾਸੀ ਬਣ ਸਕਾਂਗੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ ਹੋਈਆਂ, ਭੁੱਲਾਂ ਦੀ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।